ਗੋਡਿਆਂ ਦਾ ਦਰਦ ਕਿਉਂ ਹਰ ਘਰ ਦੇ ਵਿੱਚ ਇੱਕ ਨਾ ਇੱਕ ਮਰੀਜ਼ ਗੋਡਿਆਂ ਦਾ ਦਰਦ ਦਾ ਹੁੰਦਾ ਹੈ, ਕੀ ਕਾਰਨ? ਜ਼ਿਆਦਾਤਰ ਇਹ 올ਡ ਏਜ ਨਾਲ ਹੋਣ ਵਾਲੇ ਚੇਂਜਸ ਦਾ ਹਿੱਸਾ ਹੈ। 40-45 ਸਾਲ ਦੀ ਉਮਰ ਦੇ ਪੇਸ਼ੈਂਟ ਇਦਾਂ ਦੇ ਦੇਖ ਰਹੇ ਹਾਂ ਜਿਨ੍ਹਾਂ ਦੀ ਗਰੀਸ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਗੋਡਾ ਬਦਲਣ ਦੀ ਜਾਂ ਨੀ ਰਿਪਲੇਸਮੈਂਟ ਦੀ ਜ਼ਰੂਰਤ ਹੈ। ਹੱਡੀ ਨਾਲ ਟਕਰਾਉਣ ਲੱਗ ਗਈ ਹੈ। ਇਹ ਚੌਥੀ ਸਟੇਜ ਤੇ ਕਿਸੇ ਗੋਲੀ ਨਾਲ ਤੇ ਕਿਸੇ ਇੰਜੈਕਸ਼ਨ ਨਾਲ ਪਰਮਾਨੈਂਟ ਹੱਲ ਨਹੀਂ ਕੀਤਾ ਜਾ ਸਕਦਾ। ਜੋ ਬੇਸਿਕ ਪ੍ਰਿੰਸੀਪਲਸ ਨੇ ਨੀ ਰਿਪਲੇਸਮੈਂਟ ਦੇ ਉਹ ਪਿਛਲੇ 40 ਸਾਲ ਤੋਂ ਸੇਮ ਚੱਲੇ ਆ ਰਹੇ ਨੇ। ਬੇਸਿਕ ਪ੍ਰਿੰਸੀਪਲ ਕੀ ਹੈ ਵੀ ਪੱਟ ਦੀ ਹੱਡੀ ਤੇ ਇਹ ਕੈਪ ਚੜਾਉਣਾ ਹੈ ਤੇ ਲੱਤ ਦੀ ਹੱਡੀ ਤੇ ਇਹ ਕੈਪ ਚੜਾਉਣਾ ਹੈ ਤੇ ਕੁਝ ਇਸ ਤਰ੍ਹਾਂ ਦੇ ਐਂਗਲ ਤੇ ਚੜਾਉਣਾ ਹੈ ਜਿਹੜਾ ਕਿ ਮਕੈਨੀਕਲ ਐਕਸਿਸ ਦੇ ਪਰਪੈਂਡੀਕੂਲਰ ਹੋਵੇ। ਰੋਬੋਟਿਕ ਟੈਕਨੀਕ ਹੈ ਜਿਹਦੇ ਵਿੱਚ ਕੋਈ ਸੀਟੀ ਸਕੈਨ ਦੀ ਜ਼ਰੂਰਤ ਨਹੀਂ ਹੁੰਦੀ। ਦੂਜੇ ਜੇ ਆਪਾਂ ਕਿਸੇ ਹੋਰ ਹਸਪੀਟਲ ਦੀ ਗੱਲ ਕੀਤੀ ਜਾਵੇ, ਜੇ ਕਿਸੇ ਹੋਰ ਡਾਕਟਰ ਕੋਲ ਜਾਂਦੇ ਨੇ ਪੇਸ਼ੈਂਟ ਤੇ ਉਹ ਇਹ ਕਹਿੰਦੇ ਵੀ ਸਾਨੂੰ ਡਾਕਟਰ ਨੇ ਇਹ ਕਿਹਾ ਹੈ ਵੀ ਪਹਿਲਾਂ ਸਕੈਨ ਕਰਾਂਗੇ, ਸਕੈਨ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਗੋਡੇ ਦੇ ਵਿੱਚ ਦਿੱਕਤ ਕੀ ਹੈ। ਆਪਰੇਸ਼ਨ ਤੋਂ ਕੁਝ ਘੰਟੇ ਬਾਅਦ ਹੀ ਅਸੀਂ ਪੇਸ਼ੈਂਟ ਨੂੰ ਚਲਾ ਦਿੰਦੇ ਹਾਂ। ਵਾਕਰ ਦੇ ਨਾਲ ਪੇਸ਼ੈਂਟ ਚੱਲਣਾ ਸ਼ੁਰੂ ਕਰ ਦਿੰਦਾ ਹੈ। ਕਿਸੇ ਦਾ ਗੋਡਾ ਬਹੁਤ ਜ਼ਿਆਦਾ ਟੇਢਾ ਸੀ ਜੀ, ਉਸ ਨੂੰ ਸਿੱਧਾ ਕਰਨ ਵਾਸਤੇ ਇਧਰਲੇ ਪਾਸੇ ਮਾਸ ਨੂੰ ਛਿਲਣਾ ਪੈਂਦਾ ਜੀ, ਠੀਕ ਹੈ। ਨਾਰਮਲ ਜਿਹੜਾ ਨੀ ਰਿਪਲੇਸਮੈਂਟ ਕਰਦੇ ਸੀ। ਜਦੋਂ ਵੀ ਢੋਲ ਦੀ ਤਾਲ ਵੱਜਦੀ ਹੈ ਤੇ ਪੈਰ ਮੱਲੋ ਮੱਲੀ ਨੱਚਣ ਨੂੰ ਜੀ ਕਰਦਾ ਤੇ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਹੁੰਦਾ ਨੱਚ ਸਕਦੇ ਨੇ। ਪੈਰਾਂ ਭਾਰ ਬੈਠਣ ਤੋਂ ਅਸੀਂ ਮਨਾ ਕਰਦੇ ਹਾਂ। ਉਸ ਤੋਂ ਬਿਨਾ ਪੌੜੀਆਂ ਵੀ ਚੜ੍ਹ ਸਕਦੇ ਹਾਂ। ਈਵਨ ਬਹੁਤ ਸਾਰੇ ਪੇਸ਼ੈਂਟ ਨੇ ਸਾਡੇ ਜਿਹੜੇ ਕਿ ਖੇਤੀਬਾੜੀ ਵਾਪਸ ਨਾਰਮਲ ਖੇਤੀਬਾੜੀ ਕਰਦੇ ਨੇ, ਟਰੈਕਟਰ ਚਲਾਉਂਦੇ ਨੇ, ਹਲ ਵਾਉਂਦੇ ਨੇ, ਸਾਰਾ ਕੁਝ ਕਰਦੇ ਨੇ। ਮੇਰੇ ਗੋਡਿਆਂ 'ਚ ਦੋਨਾਂ 'ਚ ਤਕਲੀਫ ਸੀ। ਮੈਂ ਕਈ ਦਵਾਈਆਂ ਵਗੈਰਾ ਖਾਧੀਆਂ, ਕੋਈ ਫਰਕ ਨਹੀਂ ਪਿਆ। ਫਿਰ ਮੈਂ ਡਾਕਟਰ ਸਾਹਿਬ ਕੋਲੇ ਗੱਲ ਕਰੀ, ਉਹ ਕਹਿੰਦੇ ਵੀ ਐਕਸਰਾ ਕਰਨ ਦੇ ਬਾਅਦ ਪਤਾ ਲੱਗਿਆ ਵੀ ਗੈਪ ਬਹੁਤ ਆਇਆ ਹੋਇਆ ਔਰ ਇਹਦੇ ਵਿੱਚ ਆਪਰੇਸ਼ਨ ਤੇ ਬਿਨਾਂ ਹੋਰ ਕੋਈ ਚਾਰਾ ਨਹੀਂ, ਵੀ ਦਵਾਈਆਂ ਨਾਲ ਠੀਕ ਹੋ ਸਕਦਾ। ਮੈਂ ਤਰਜੀਹ ਇਹ ਡਾਕਟਰ ਪਾਸੀ ਸਾਹਿਬ ਨੂੰ ਦਿੱਤੀ। ਇਹਨਾਂ ਕੋਲੇ ਗਿਆ ਤਾਂ ਇਹਨਾਂ ਨੇ ਬੜੇ ਮੈਨੂੰ ਸਹਿਜਦਾਰ ਢੰਗ ਤਰੀਕੇ ਨਾਲ ਦੱਸਿਆ ਔਰ ਮੈਨੂੰ ਬੜੀ ਸਹੀ ਢੰਗ ਦੇ ਨਾਲ ਇਹਨਾਂ ਨੇ ਆਪਰੇਟ ਵੀ ਕੀਤਾ। ਰੋਬੋਟਿਕ ਟੈਕਨੀਕ ਆਪਰੇਟ ਤੋਂ ਬਾਅਦ ਕੀ ਕੋਈ ਪੇਸ਼ੈਂਟ ਹੈ ਐਕਸਰਸਾਈਜ਼ ਜਾਂ ਯੋਗਾ ਵਗੈਰਾ ਕਰ ਸਕਦਾ ਹੈ? ਡੇਲੀ ਐਕਟੀਵਿਟੀ ਜਿਵੇਂ ਤੁਸੀਂ ਕਰਦੇ ਹੋ, ਜਿਵੇਂ ਮੈਂ ਕਰਦਾ, ਉਦਾਂ ਪੇਸ਼ੈਂਟ ਕਰ ਸਕਦਾ। ਅਸੀਂ ਪੇਸ਼ੈਂਟ ਨੂੰ ਹੀ 3 ਐਕਸਰਸਾਈਜ਼ਸ ਸਿਖਾਉਂਦੇ ਹਾਂ। ਉਹੀ ਤਿੰਨੋਂ ਐਕਸਰਸਾਈਜ਼ ਪੇਸ਼ੈਂਟ ਘਰੇ ਜਾ ਕੇ ਆਪਣੇ ਆਪ ਕਰਦਾ ਹੈ। ਕਿਸੇ ਵਰਜਿਸ਼ ਵਾਲੇ ਡਾਕਟਰ ਨੂੰ ਘਰੇ ਬੁਲਾਉਣ ਦੀ ਲੋੜ ਨਹੀਂ ਪੈਂਦੀ ਜਾਂ ਕਿਸੇ ਕੋਲ ਰੋਜ਼ ਜਾਣ ਦੀ ਲੋੜ ਨਹੀਂ ਪੈਂਦੀ ਤੇ ਉਹਦਾ ਖਰਚਾ ਵੀ ਨਹੀਂ ਪੈਂਦਾ। ਚਾਹੇ ਪੇਸ਼ੈਂਟ ਦੀ ਏਜ 90 ਇਅਰਸ ਵੀ ਹੋਵੇ, ਪਰ ਜੇ ਉਹ ਮੈਡੀਕਲੀ ਫਿਟ ਹੈ ਤਾਂ ਉਹਨੂੰ ਇੱਕ ਪੇਨ ਫਰੀ ਨੀ ਦਾ ਹੱਕ ਹੈ, ਠੀਕ ਹੈ। ਉਹਨੂੰ ਦਰਦ ਤੋਂ ਬਿਨਾਂ ਜੀਣ ਦਾ ਹੱਕ ਹੈ। ਮੈਡੀਕਲ ਫਿਟਨੈਸ ਅਲਾਉ ਕਰਦੀ ਹੈ। ਜੇ ਉਹਦੀ ਹਾਰਟ ਦੀ ਕੰਡੀਸ਼ਨ ਪੇਸ਼ੈਂਟ ਦੀ ਸਭ ਕੁਝ ਕੰਟਰੋਲਡ ਹੈ ਤਾਂ ਫਿਰ 90 ਈਅਰ 올ਡ 95 ਈਅਰ 올ਡ ਦਾ ਵੀ ਨੀ ਰਿਪਲੇਸਮੈਂਟ ਕੀਤਾ ਜਾ ਸਕਦਾ ਹੈ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਨਵਦੀਪ ਮਾਨ। ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਡਾ ਖਾਣ-ਪਾਨ ਇਸ ਤਰ੍ਹਾਂ ਦਾ ਹੋ ਗਿਆ ਕਿ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ ਤੇ ਇਹਨਾਂ ਦੇ ਵਿੱਚੋਂ ਇੱਕ ਹੈ ਗੋਡਿਆਂ ਦਾ ਦਰਦ। ਹਰ ਘਰ ਦੇ ਵਿੱਚ ਇੱਕ ਨਾ ਇੱਕ ਮਰੀਜ਼ ਇਦਾਂ ਦਾ ਹੁੰਦਾ ਹੈ ਜਿਸ ਦੇ ਗੋਡਿਆਂ ਦੇ ਵਿੱਚ ਦਰਦ ਹੁੰਦਾ ਹੈ ਤੇ ਕੁਝ ਲੋਕਾਂ ਦੇ ਵੱਲੋਂ ਦਵਾਈਆਂ ਵੀ ਖਾਧੀਆਂ ਜਾਂਦੀਆਂ ਨੇ, ਪਰ ਇਹ ਸਭ ਦੇ ਬਾਵਜੂਦ ਉਹ ਦਰਦ ਠੀਕ ਨਹੀਂ ਹੁੰਦਾ ਤੇ ਆਖਿਰ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਗੋਡਿਆਂ ਦਾ ਆਪਰੇਸ਼ਨ ਹੋਏਗਾ। ਤਾਂ ਗੋਡਿਆਂ ਦੇ ਆਪਰੇਸ਼ਨ ਨੂੰ ਲੈ ਕੇ ਅਨਹਦ ਹਸਪੀਟਲ ਦੇ ਵੱਲੋਂ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ, ਇੱਕ ਨਵੇਕਲੀ ਤਕਨੀਕ ਵਰਤੀ ਜਾਂਦੀ ਹੈ, ਉਹ ਹੈ ਰੋਬੋਟ ਦੇ ਨਾਲ ਆਪਰੇਸ਼ਨ। ਕੀ ਹੈ ਸਾਰੀ ਤਕਨੀਕ, ਆਓ ਜਾਣਦੇ ਹਾਂ। ਸਾਡੇ ਨਾਲ ਡਾਕਟਰ AS ਪਾਸੀ ਜੁੜੇ ਨੇ। ਸਰ ਸਵਾਗਤ ਹੈ। ਥੈਂਕ ਯੂ। ਪਹਿਲਾ ਸਵਾਲ ਸਰ ਮੇਰਾ ਇਹੀ ਹੈ, ਗੋਡਿਆਂ ਦਾ ਦਰਦ ਕਿਉਂ ਹਰ ਘਰ ਦੇ ਵਿੱਚ ਇੱਕ ਨਾ ਇੱਕ ਮਰੀਜ਼ ਗੋਡਿਆਂ ਦਾ ਦਰਦ ਦਾ ਹੁੰਦਾ ਹੈ, ਕੀ ਕਾਰਨ ਹੈ? ਗੋਡਿਆਂ ਦੇ ਦਰਦ ਦਾ ਸਭ ਤੋਂ ਜ਼ਿਆਦਾ ਕਾਮਨ ਕਾਰਨ ਜੋ ਹੈ ਵੀ ਉਮਰ ਦੇ ਨਾਲ, ਜਿਵੇਂ ਆਪਣੇ ਬਾਲ ਚਿੱਟੇ ਹੁੰਦੇ ਆ, ਅੱਖਾਂ 'ਚ ਮੋਤੀਆ ਉਤਰਦਾ ਹੈ, ਚਮੜੀ 'ਚ ਝੁਰੜੀਆਂ ਪੈਂਦੀਆਂ, ਉਸੇ ਤਰ੍ਹਾਂ ਗੋਡਿਆਂ ਵਿੱਚ ਗਰੀਸ ਘਟਦੀ ਹੈ ਜੀ। ਤਾਂ ਸਭ ਤੋਂ ਜ਼ਿਆਦਾ ਜੋ ਅਸੀਂ ਨੀ ਪੇਨ ਦੇ, ਗੋਡੇ ਦੇ ਦਰਦ ਦੇ ਪੇਸ਼ੈਂਟ ਦੇਖਦੇ ਹਾਂ, ਉਹਨਾਂ 'ਚ ਸਭ ਤੋਂ ਜ਼ਿਆਦਾ ਕਾਮਨ ਕਾਰਨ ਇਹੀ ਹੁੰਦਾ ਵੀ ਜ਼ਿਆਦਾਤਰ ਇਹ 올ਡ ਏਜ ਨਾਲ ਹੋਣ ਵਾਲੇ ਚੇਂਜਸ ਦਾ ਹਿੱਸਾ ਹੈ। ਪਰ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਬਹੁਤ ਘੱਟ ਉਮਰ ਵਿੱਚ ਲੋਕਾਂ ਦੀ ਗਰੀਸ ਘਟਣ ਲੱਗ ਗਈ ਹੈ। ਜਿਵੇਂ ਕਿ ਅਸੀਂ 40-45 ਸਾਲ ਦੀ ਉਮਰ ਦੇ ਪੇਸ਼ੈਂਟ ਇੱਦਾਂ ਦੇ ਦੇਖ ਰਹੇ ਹਾਂ ਜਿਨ੍ਹਾਂ ਦੀ ਗਰੀਸ ਬਿਲਕੁਲ ਖਤਮ ਹੋ ਚੁੱਕੀ ਹੈ ਤੇ ਗੋਡਾ ਬਦਲਣ ਦੀ ਜਾਂ ਨੀ ਰਿਪਲੇਸਮੈਂਟ ਦੀ ਜ਼ਰੂਰਤ ਹੈ। ਉਹਦਾ ਕਾਰਨ ਕੁਝ ਹੈ ਕਿ ਇਸ ਮਿਡਲ ਏਜ ਦੇ ਜਿਹੜੇ ਪੇਸ਼ੈਂਟਸ ਨੇ, ਇਹ ਸੈਡੈਂਟਰੀ ਲਾਈਫ ਸਟਾਈਲ ਬਹੁਤ ਹੋ ਗਿਆ। ਸੈਡੈਂਟਰੀ ਲਾਈਫ ਸਟਾਈਲ ਮਤਲਬ ਕਿ ਵੀ ਜ਼ਿਆਦਾ ਮਿਹਨਤ ਵਾਲੇ, ਜ਼ਿਆਦਾ ਮਸਲਸ ਨੂੰ ਪਾਵਰ ਦੇਣ ਵਾਲੇ ਕੰਮ ਘੱਟ ਨੇ। ਅੱਜ ਕੱਲ੍ਹ ਜ਼ਿਆਦਾਤਰ ਸਿਟਿੰਗ ਜੋਬ ਹੈ, ਆਫਿਸ ਜੋਬਸ ਨੇ, ਉਹਦੇ ਕਰਕੇ ਮਸਲਸ ਦੀ ਪਾਵਰ ਨਹੀਂ ਹੁੰਦੀ ਤਾਂ ਜਲਦੀ ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਉਮਰ 'ਚ ਆਉਣੀਆਂ ਸੀਗੀਆਂ, ਇਹ ਪ੍ਰੋਬਲਮਸ ਘੱਟ ਉਮਰ 'ਚ ਆਉਣ ਲੱਗ ਗਈਆਂ ਜੀ। ਸੋ ਇਹ ਇੱਕ ਮੇਨ ਕਾਰਨ ਹੈ। ਬਿਲਕੁਲ ਡਾਕਟਰ ਸਾਹਿਬ, ਬਹੁਤ ਸਾਰੇ ਡਾਕਟਰਾਂ ਦੇ ਵੱਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਵੀ ਜੇ ਤੁਹਾਡੇ ਗੋਡਿਆਂ ਦੇ ਵਿੱਚ ਗਰੀਸ ਘੱਟ ਹੈ ਜਾਂ ਗੋਡਿਆਂ ਦੇ ਵਿੱਚ ਥੋੜਾ ਜਿਹਾ ਵੀ ਡਿਫਰੈਂਸ ਪੈ ਗਿਆ, ਅਸੀਂ ਟੀਕਾ ਲਗਾ ਦਾਂਗੇ, ਉਹਦਾ ਟੀਕੇ ਨਾਲ ਰਿਲੀਫ ਮਿਲਦਾ। ਐਕਚੁਅਲੀ ਗੋਡਿਆਂ ਵਿੱਚ ਮੈਂ ਥੋੜ੍ਹਾ ਜਿਹਾ ਤੁਹਾਨੂੰ ਇਹ ਸਮਝਾਉਣਾ ਚਾਹੂੰਗਾ, ਜਿਵੇਂ
ਇਹ ਆਪਣੇ ਪੱਟ ਦੀ ਹੱਡੀ ਹੈ ਜੀ ਇਹ ਲੱਤ ਦੀ ਹੱਡੀ ਹੈ। ਇਹ ਹੱਡੀ ਦੇ ਐਂਡ ਤੇ ਕੁਝ ਸਲਿੱਪਰੀ ਸਰਫੇਸ ਹੈ ਜੋ ਨੇਚਰ ਨੇ ਬਣਾਇਆ। ਇਸੇ ਤਰ੍ਹਾਂ ਲੱਤ ਦੀ ਹੱਡੀ ਦੇ ਐਂਡ ਤੇ ਇੱਕ ਸਲਿੱਪਰੀ ਸਰਫੇਸ ਹੈ। ਇਹ ਸਲਿੱਪਰੀ ਸਰਫੇਸ ਤੇ ਇੱਕ ਆ ਵਾਸ਼ਰ ਹੈ। ਇਹਨਾਂ ਤਿੰਨਾਂ ਦਾ ਪਰਪਸ ਹੈ ਲੁਬਰੀਕੇਸ਼ਨ ਬਿਟਵੀਨ ਥੀਸ ਟੂ ਬੋਨਸ। ਮਤਲਬ ਇਹਨਾਂ ਦੋਨਾਂ ਬੋਨਸ ਨੂੰ ਆਪਸ ਵਿੱਚ ਰਗੜ ਨਹੀਂ ਖਾਣ ਦੇਣਾ। ਤਾਂ ਇਹ ਕੁਦਰਤ ਵੱਲੋਂ ਬਣਾਇਆ ਗਿਆ ਇੱਕ ਲੁਬਰੀਕੇਸ਼ਨ ਮੈਕੈਨਿਜ਼ਮ ਹੈ ਜਿਹਨੂੰ ਅਸੀਂ ਪੰਜਾਬੀ 'ਚ ਸਮਝਾਉਣ ਵਾਸਤੇ ਗਰੀਸ ਕਹਿ ਦਿੰਦੇ ਹਾਂ। ਇਹ ਗਰੀਸ ਘਟਣ ਨੂੰ ਹੀ ਆਸਟੀਓਆਰਥਰਾਈਟਿਸ ਕਹਿੰਦੇ ਆ। ਆਸਟੀਓਆਰਥਰਾਈਟਿਸ ਦੀਆਂ 4 ਸਟੇਜਿਸ ਹੁੰਦੀਆਂ। ਜਿਹੜੀ ਸ਼ੁਰੂਆਤੀ ਸਟੇਜ ਹੁੰਦੀ ਹੈ ਜਿਵੇਂ ਪਹਿਲੀ ਦੂਜੀ ਸਟੇਜ ਹੈ ਤਾਂ ਉਹਦੇ 'ਚ ਗਰੀਸ ਵੀ ਥੋੜੀ ਜਿਹੀ ਘਟੀ ਹੁੰਦੀ ਹੈ ਤੇ ਉਹਦੇ ਵਿੱਚ ਕੁਝ ਦਵਾਈਆਂ ਨਾਲ ਤੇ ਐਕਸਰਸਾਈਜ਼ ਨਾਲ ਕੰਮ ਚੱਲ ਜਾਂਦਾ। ਪੇਸ਼ੈਂਟ ਕੰਫਰਟੇਬਲ ਹੋ ਜਾਂਦਾ ਹੈ, ਪੇਨ ਰਿਲੀਫ ਹੋ ਜਾਂਦਾ ਹੈ ਤੇ ਆਪਣੀ ਰੋਜ਼ਮਰਰਾ ਦੀ ਜ਼ਿੰਦਗੀ ਸੌਖੀ ਹੋ ਜਾਂਦੀ ਹੈ। ਜਿਹੜੀ ਤੀਜੀ ਸਟੇਜ ਹੁੰਦੀ ਆ ਉਹਦੇ ਵਿੱਚ ਹੋਰ ਥੋੜੀ ਜਿਹੀ ਗਰੀਸ ਘਟ ਜਾਂਦੀ ਹੈ ਤਾਂ ਉਹਦੇ ਵਿੱਚ ਫਿਰ ਕੱਲੀਆਂ ਟੈਬਲੇਟਸ ਨਾਲ ਨਹੀਂ ਕੰਮ ਚੱਲਦਾ। ਕਈ ਵਾਰ ਅਸੀਂ ਗਰੀਸ ਵਾਲਾ ਜਾਂ ਫਿਰ ਸਟੀਰੋਇਡ ਦਾ ਇੰਜੈਕਸ਼ਨ ਲਗਾਉਂਦੇ ਆ। ਉਹ ਪੇਸ਼ੈਂਟ ਟੂ ਪੇਸ਼ੈਂਟ ਵੇਰੀ ਕਰਦਾ। ਉਹ ਸਟੇਜ ਤੇ ਵੇਰੀ ਕਰਦਾ ਵੀ ਉਹ ਕਿੰਨੇ ਮਹੀਨੇ ਤੱਕ ਤੇ ਕਿੰਨੇ ਪਰਸੈਂਟੇਜ ਪੇਨ ਨੂੰ ਰਿਲੀਫ ਕਰੇਗਾ ਜੀ। ਠੀਕ ਹੈ। ਬਟ ਜਦੋਂ ਚੌਥੀ ਸਟੇਜ ਆ ਜਾਂਦੀ ਹੈ, ਚੌਥੀ ਸਟੇਜ ਦਾ ਮਤਲਬ ਹੈ ਕਿ ਇਹ ਗਰੀਸ ਬਿਲਕੁਲ ਖਤਮ ਹੋ ਗਈ ਹੈ ਤੇ ਇਹ ਹੱਡੀ ਇਧਰੋਂ ਬਾਹਰ ਆ ਗਈ ਤੇ ਇਸੇ ਤਰ੍ਹਾਂ ਲੱਤ ਦੀ ਹੱਡੀ ਇਧਰੋਂ ਬਾਹਰ ਆ ਗਈ ਤਾਂ ਉਹ ਦੋਨੋਂ ਹੱਡੀਆਂ ਆਪਸ 'ਚ ਰਗੜ ਖਾਣ ਲੱਗ ਜਾਂਦੀਆਂ। ਇਸ ਚੌਥੀ ਸਟੇਜ ਤੇ ਫਿਰ ਉਹ ਕਿਸੇ ਵੀ ਟੈਬਲੇਟ ਨਾਲ ਜਾਂ ਇੰਜੈਕਸ਼ਨ ਨਾਲ ਗਰੀਸ ਦੁਬਾਰਾ ਨਹੀਂ ਬਣਾਈ ਜਾ ਸਕਦੀ ਜੀ। ਜਦੋਂ ਕਿਸੇ ਦੇ ਦਰਦ ਗੋਡਿਆਂ ਦੇ ਵਿੱਚ ਹੋਇਆ ਜਾਂ ਕਿਤੇ ਵੀ ਬਾਡੀ ਦੇ ਵਿੱਚ ਪੇਨ ਹੁੰਦੀ ਹੈ ਨਾ ਤਾਂ ਅਸੀਂ ਕਹਿੰਦੇ ਆ ਵੀ ਪੇਨ ਕਿਲਰ ਖਾ ਲਈਏ, ਡਾਕਟਰ ਕੋਲ ਜਾਣ ਦੀ ਕੀ ਲੋੜ ਹੈ। ਕੀ ਲੱਗਦਾ ਵੀ ਜਦੋਂ ਆਪਾਂ ਗੋਡਿਆਂ ਦੇ ਵਿੱਚ ਕਿਸੇ ਮਰੀਜ਼ ਦਾ ਦਰਦ ਹੁੰਦਾ ਹੈ ਸ਼ੁਰੂਆਤ ਦੇ ਵਿੱਚ ਉਦੋਂ ਪੇਨ ਕਿਲਰ ਦਾ ਇਸਤੇਮਾਲ ਕਰਦੇ ਆ ਉਹ ਵੀ ਘਾਤਕ ਹੁੰਦੀ ਹੈ? ਨਹੀਂ, ਕੁਝ ਅਮਾਊਂਟ ਆਫ ਪੇਨ ਕਿਲਰ ਤਾਂ ਅਸੀਂ ਵੀ ਪੇਸ਼ੈਂਟਸ ਨੂੰ ਦਿੰਦੇ ਹਾਂ। ਜਿਵੇਂ ਕਈ ਵਾਰ ਜਿਹੜਾ ਮੈਂ ਤੁਹਾਨੂੰ ਦੱਸਿਆ ਪਹਿਲੀ ਦੂਜੀ ਸਟੇਜ ਵਾਲਾ ਪੇਸ਼ੈਂਟ ਹੈ ਉਹਨਾਂ ਨੂੰ ਵੀ ਵਿੱਚ ਦੀ ਕੋਈ ਜ਼ਿਆਦਾ ਐਗਜ਼ਰਸ਼ਨ ਤੇ ਜਾਂ ਕੋਈ ਫੈਮਿਲੀ ਫੰਕਸ਼ਨ ਅਟੈਂਡ ਕੀਤਾ, ਜ਼ਿਆਦਾ ਵਾਕ ਕਰਨੀ ਪੈ ਗਈ ਤਾਂ ਇੱਕੋਦਮ ਪੇਨ ਵੱਧ ਗਿਆ ਤਾਂ ਉਸ ਤਰ੍ਹਾਂ ਦੇ ਪੇਸ਼ੈਂਟਸ ਨੂੰ ਅਸੀਂ 5-7 ਦਿਨ ਵਾਸਤੇ 10 ਦਿਨ ਵਾਸਤੇ ਥੋੜਾ ਬਹੁਤ ਪੇਨ ਕਿਲਰ ਅਸੀਂ ਵੀ ਦਿੰਦੇ ਹਾਂ। ਉਹ ਐਂਟੀ ਇਨਫਲੇਮੇਟਰੀ ਦਾ ਪੇਨ ਕਿਲਰ ਦਾ ਮਕਸਦ ਹੁੰਦਾ ਅੰਦਰੋਂ ਸੋਜਿਸ਼ ਘਟਾਉਣਾ ਤੇ ਦਰਦ ਨੂੰ ਆਰਾਮ ਦੇਣਾ ਤੇ ਉਸ ਤੋਂ ਬਾਅਦ ਪੇਸ਼ੈਂਟ ਨਾਰਮਲ ਆਪਣੀ ਲਾਈਫ 'ਚ ਵਾਪਸ ਆ ਜਾਂਦਾ। ਬਟ ਜਦੋਂ ਤੀਜੀ ਚੌਥੀ ਸਟੇਜ ਤੇ ਜਾ ਕੇ ਇੰਨਾ ਪੇਨ ਰਵੇ ਵੀ ਪੇਨ ਕਿਲਰ ਨਾਲ ਵੀ ਰਿਲੀਵ ਨਹੀਂ ਹੁੰਦਾ ਜਾਂ ਫਿਰ ਪੇਨ ਕਿਲਰ ਰੋਜ਼ ਲੈਣਾ ਪਵੇ ਤਾਂ ਉਹ ਬਹੁਤ ਲੰਬੇ ਸਮੇਂ ਪੇਨ ਕਿਲਰ ਲੈਣਾ ਆਪਣੇ ਲਈ ਸਰੀਰ ਲਈ ਠੀਕ ਨਹੀਂ ਹੁੰਦਾ। ਉਹਦੇ 2 ਮੇਜਰ ਸਾਈਡ ਇਫੈਕਟ ਨੇ। ਪਹਿਲਾ ਤਾਂ ਪੇਟ ਤੇ ਇਫੈਕਟ ਪੈਂਦਾ ਵੀ ਤੇਜ਼ਾਬ ਬਣਦਾ, ਦੂਸਰਾ ਉਹਦਾ ਗੁਰਦੇ ਤੇ ਅਸਰ ਹੁੰਦਾ। ਜੇ ਪੇਨ ਕਿਲਰ ਆਪਾਂ ਲੰਬੇ ਸਮੇਂ ਬਿਨਾਂ ਡਾਕਟਰੀ ਸਲਾਹ ਤੋਂ ਲੈਂਦੇ ਰਹੀਏ ਤਾਂ ਉਹਦਾ ਗੁਰਦੇ ਤੇ ਅਸਰ ਹੁੰਦਾ, ਗੁਰਦੇ ਫੇਲ ਹੋਣ ਦਾ ਚਾਂਸ ਹੁੰਦਾ ਜਿਸ ਨੂੰ ਕਿ ਐਨਐਸਏਡ ਨੈਫਰੋਪੈਥੀ ਕਹਿੰਦੇ ਆ। ਬਿਲਕੁਲ, ਜਿਸ ਸੋ ਨਹੀਂ ਲੈਣੀ ਚਾਹੀਦੀ। ਬਿਲਕੁਲ ਡਾਕਟਰ ਸਾਹਿਬ, ਜਿਸ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਵੀ ਅਨੰਦ ਹਸਪੀਟਲ ਦੇ ਵੱਲੋਂ ਨਿਊਮੈਰਿਕਲੀ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ, ਰੋਬੋਟ ਦੇ ਨਾਲ ਆਪਰੇਟ ਕੀਤਾ ਜਾਂਦਾ ਹੈ। ਉਹ ਤਕਨੀਕ ਬਾਰੇ ਜਾਣਨਾ ਪਾਓ ਕਿ ਆਖਿਰਕਾਰ ਇਸ ਨੂੰ ਰੋਬੋਟ ਦੇ ਆਪਰੇਸ਼ਨ ਕੀਤਾ ਜਾਂਦਾ ਹੈ, ਕੀ ਹੈ ਸਾਰੀ ਤਕਨੀਕ? ਐਕਚੁਅਲੀ ਜਿਹੜਾ ਆਪਾਂ ਦੱਸਿਆ ਵੀ ਚੌਥੀ ਸਟੇਜ ਹੈ ਉਹਦੇ ਵਿੱਚ ਇਹ ਹੱਡੀ ਇਧਰੋਂ ਬਾਹਰ ਆ ਜਾਂਦੀ ਹੈ, ਇਹ ਹੱਡੀ ਇਧਰੋਂ ਬਾਹਰ ਆ ਜਾਂਦੀ ਹੈ। ਇਹ ਐਕਚੁਅਲੀ ਗਰੀਸ ਹੈ, ਐਕਚੁਅਲੀ ਲੁਬਰੀਕੇਸ਼ਨ ਮੈਕੈਨਿਜ਼ਮ ਹੈ ਜਿਹੜਾ ਕੁਦਰਤ ਨੇ ਬਣਾਇਆ ਸੀ। ਉਹ ਹੁਣ ਅੰਦਰਲੇ ਪਾਸੇ ਖਤਮ ਹੋ ਗਿਆ ਬਿਲਕੁਲ ਤਾਂ ਇਹ ਚੌਥੀ ਸਟੇਜ ਹੈ। ਹੱਡੀ ਨਾਲ ਟਕਰਾਉਣ ਲੱਗ ਗਈ ਹੈ। ਇਹ ਚੌਥੀ ਸਟੇਜ ਤੇ ਕਿਸੇ ਗੋਲੀ ਨਾਲ ਤੇ ਕਿਸੇ ਇੰਜੈਕਸ਼ਨ ਨਾਲ ਪਰਮਾਨੈਂਟ ਹੱਲ ਨਹੀਂ ਕੀਤਾ ਜਾ ਸਕਦਾ। ਸੋ ਉਦੋਂ ਅਸੀਂ ਇਹਦੇ ਵਿੱਚ ਆਪਰੇਸ਼ਨ ਦੀ ਸਲਾਹ ਦਿੰਦੇ ਹਾਂ। ਆਪਰੇਸ਼ਨ ਇਦਾਂ ਹੁੰਦਾ ਵੀ ਅਸੀਂ ਪੱਟ ਦੀ ਹੱਡੀ ਤੇ ਇੱਕ ਇਹ ਕੈਪ ਚੜਾ ਦਿੰਦੇ ਆ ਤੇ ਲੱਤ ਦੀ ਹੱਡੀ ਉੱਪਰ ਇਹ ਕੈਪ ਚੜਾ ਦਿੰਦੇ ਆ। ਉਹਦੇ ਨਾਲ ਦੋਨੋਂ ਹੱਡੀਆਂ ਆਪਸ 'ਚ ਰਗੜ ਖਾਣੋਂ ਹਟ ਜਾਂਦੀਆਂ। ਇਹ ਕੈਪ ਚੜਾਉਣ ਨੂੰ ਹੀ ਗੋਡਾ ਬਦਲਣਾ ਕਹਿੰਦੇ ਆ। ਬਿਲਕੁਲ, ਡਾਕਟਰ ਇਹ ਕਹਿੰਦੇ ਆ ਗੋਡੇ ਬਦਲਨੇ ਪੈਣਗੇ, ਨਵੇਂ ਗੋਡੇ ਪਾਉਣੇ ਪੈਣਗੇ। ਜੋ ਆਮ ਭਾਸ਼ਾ 'ਚ ਆਪਾਂ ਕਹਿੰਦੇ ਆ ਵੀ ਗੋਡਾ ਬਦਲਣਾ ਪਏਗਾ, ਉਹ ਪੇਸ਼ੈਂਟ ਨੂੰ ਇਦਾਂ ਲੱਗਦਾ ਵੀ ਇੱਥੋਂ ਵੜ ਦੇਣਗੇ ਸਾਰਾ ਬਦਲ ਦੇਣਗੇ, ਪਰ ਐਕਚੁਅਲ 'ਚ ਉਹ ਨਹੀਂ ਹੈ। ਸਿਰਫ ਹੱਡੀ ਤੇ ਇੱਕ ਕੈਪ ਚੜਾਉਣਾ ਪੱਟ ਦੀ ਹੱਡੀ ਤੇ ਲੱਤ ਦੀ ਹੱਡੀ ਤੇ ਤਾਂ ਕਿ ਦੋਨੋਂ ਹੱਡੀਆਂ ਰਗੜ ਖਾਣੋਂ ਹਟ ਜਾਣ। ਇਹਨੂੰ ਹੀ ਗੋਡਾ ਬਦਲਣਾ ਕਹਿੰਦੇ ਆ, ਇਹਨੂੰ ਹੀ ਨੀ ਰਿਪਲੇਸਮੈਂਟ ਕਹਿੰਦੇ ਆ ਤੇ ਇਹਨੂੰ ਹੀ ਅੱਜ ਕੱਲ੍ਹ ਨੀ ਰੀਸਰਫੇਸਿੰਗ ਵੀ ਕਹਿੰਦੇ ਆ ਕਿਉਂਕਿ ਐਕਚੁਅਲੀ ਆਪਾਂ ਸਿਰਫ ਸਰਫੇਸ ਨੂੰ ਰੀਨਿਊ ਕਰ ਰਹੇ ਹਾਂ ਨਾ, ਪੱਟ ਦੀ ਹੱਡੀ ਦਾ ਵੀ ਸਰਫੇਸ ਤੇ ਲੱਤ ਦੀ ਹੱਡੀ ਦਾ ਵੀ ਸਰਫੇਸ। ਬਿਲਕੁਲ ਡਾਕਟਰ, ਕੁਝ ਡਾਕਟਰ ਇਹ ਕਹਿੰਦੇ ਹੁੰਦੇ ਨੇ, ਕਹਿੰਦੇ ਵੀ ਅਸੀਂ ਪਹਿਲਾਂ ਸਕੈਨ ਕਰਦੇ ਹਾਂ, ਪਤਾ ਕਰਦੇ ਹਾਂ ਵੀ ਉਹ ਕਿਹੜਾ ਪਾਰਟ ਹੈ ਗੋਡੇ ਦਾ ਜਿਹੜਾ ਖਰਾਬ ਹੈ, ਅਸੀਂ ਉਹਨੂੰ ਹੀ ਰਿਪਲੇਸ ਕਰਦੇ ਹਾਂ। ਯਾਨੀ ਕਿ ਸੇਮ ਟੈਕਨੀਕ ਹੈ ਦੋਵੇਂ? ਹਾਂ ਬਿਲਕੁਲ। ਉਹਦੇ ਵਿੱਚ ਬੇਸਿਕਲੀ ਨੀ ਰਿਪਲੇਸਮੈਂਟ ਦਾ ਦੇਖਿਆ ਜਾਵੇ ਤਾਂ ਪਿਛਲੇ 40 ਸਾਲ ਤੋਂ ਮੋਟੀ ਸੇਮ ਟੈਕਨੀਕ ਹੀ ਚੱਲਦੀ ਆ ਰਹੀ ਹੈ। ਜੋ ਬੇਸਿਕ ਪ੍ਰਿੰਸੀਪਲਸ ਨੇ ਨੀ ਰਿਪਲੇਸਮੈਂਟ ਦੇ ਉਹ ਪਿਛਲੇ 40 ਸਾਲ ਤੋਂ ਸੇਮ ਚੱਲੇ ਆ ਰਹੇ ਨੇ। ਬੇਸਿਕ ਪ੍ਰਿੰਸੀਪਲ ਕੀ ਹੈ ਵੀ ਪੱਟ ਦੀ ਹੱਡੀ ਤੇ ਇਹ ਕੈਪ ਚੜਾਉਣਾ ਹੈ ਤੇ ਲੱਤ ਦੀ ਹੱਡੀ ਤੇ ਇਹ ਕੈਪ ਚੜਾਉਣਾ ਹੈ ਤੇ ਕੁਝ ਇਸ ਤਰ੍ਹਾਂ ਦੇ ਐਂਗਲ ਤੇ ਚੜਾਉਣਾ ਹੈ ਜਿਹੜਾ ਕਿ ਮਕੈਨੀਕਲ ਐਕਸਿਸ ਦੇ ਪਰਪੈਂਡੀਕੂਲਰ ਹੋਵੇ। ਠੀਕ ਹੈ। ਉਹ ਬੇਸਿਕਲੀ ਲੱਤ ਦੀ ਹੱਡੀ 90 ਡਿਗਰੀ ਤੇ ਕੱਟ ਹੋਏਗਾ ਤੇ ਪੱਟ ਦੀ ਹੱਡੀ ਦਾ ਵੀ ਮਕੈਨੀਕਲ ਐਕਸਿਸ ਦੇ 90 ਡਿਗਰੀ ਤੇ ਕੱਟ ਹੋਏਗਾ ਤਾਂ ਉਹਨੂੰ ਕਹਿੰਦੇ ਸੀ ਮਕੈਨੀਕਲ ਐਕਸਿਸ ਨੀ ਰਿਪਲੇਸਮੈਂਟ।
ਪਰ ਅਸੀਂ ਅੱਜ ਕੱਲ ਰੋਬੋਟ ਨਾਲ ਆਪਰੇਸ਼ਨ ਕਰਦੇ ਹਾਂ। ਰੋਬੋਟ ਨਾਲ ਕੀ ਹੁੰਦਾ ਬੇਸਿਕਲੀ, ਜਦੋਂ ਅਸੀਂ ਇਹ ਕੈਪ ਚੜਾਉਣੇ ਆ ਤਾਂ ਉਹ ਬਹੁਤ ਬਰੀਕੀ ਨਾਲ ਚੜਾਏ ਜਾ ਸਕਦੇ ਆ। ਉਦਾਹਰਨ ਵਜੋਂ ਜਿਵੇਂ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੂੰਗਾ, ਇਹ ਇਸ ਤਰ੍ਹਾਂ ਦਾ ਰੋਬੋਟ ਹੈ, ਰੋਬੋਟਿਕ ਟੈਕਨੀਕ ਹੈ ਜਿਹਦੇ ਵਿੱਚ ਕੋਈ ਸੀਟੀ ਸਕੈਨ ਦੀ ਜ਼ਰੂਰਤ ਨਹੀਂ ਹੁੰਦੀ। ਸੋ ਇਹ ਸਮਿਥ ਐਂਡ ਨੈਫਿਊ ਕੰਪਨੀ ਦਾ ਕੋਰੀ ਰੋਬੋਟ ਦਾ ਨਾਮ ਹੈ, ਕੋਰ ਆਫ ਰੀਅਲ ਇੰਟੈਲੀਜੈਂਸ। ਇਹਦੇ ਵਿੱਚ ਕੀ ਹੈ, ਅਸੀਂ ਰੋਬੋਟ ਦੀ ਸਕਰੀਨ ਤੇ ਨਾ ਪੇਸ਼ੈਂਟ ਦੀ ਪਹਿਲਾਂ ਅਨੈਟਮੀ ਬਣਾ ਦਿੰਦੇ ਹਾਂ, ਬੋਨੀ ਅਨੈਟਮੀ, ਮਤਲਬ ਇਸ ਪੇਸ਼ੈਂਟ ਦੇ ਇਹ ਵਾਲੇ ਗੋਡੇ ਦੀ ਇਸ ਤਰ੍ਹਾਂ ਦੀ ਬਣਾਵਟ ਹੈ, ਉਹ ਬਣਾਵਟ ਪਹਿਲਾਂ ਇੱਥੇ ਬਣਾਤੀ ਤੇ ਇਹ ਕੈਪ ਫਿਰ ਪਹਿਲਾਂ ਸਕਰੀਨ ਤੇ ਹੀ ਫਿੱਟ ਹੋ ਜਾਂਦੇ ਨੇ। ਪੇਸ਼ੈਂਟ ਦੇ ਗੋਡੇ ਤੇ ਕੈਪ ਚੜਾਉਣ ਤੋਂ ਪਹਿਲਾਂ ਹੀ ਅਸੀਂ ਸਕਰੀਨ ਤੇ ਫਿੱਟ ਕਰਤੇ ਜੀ। ਸੋ ਉਹਦੇ ਵਿੱਚ ਅਲਾਈਨਮੈਂਟਸ ਅਸੀਂ ਐਡਜਸਟ ਕਰ ਸਕਦੇ ਹਾਂ। ਪਹਿਲਾਂ ਪੁਰਾਣੇ ਜ਼ਮਾਨੇ ਤੋਂ ਜਿਹੜੇ ਅਸੀਂ ਬਿਨਾਂ ਰੋਬੋਟ ਤੋਂ ਕਰਦੇ ਸੀ, ਉਹ ਸਿਰਫ ਮਕੈਨੀਕਲ ਐਕਸਿਸ ਨੀ ਰਿਪਲੇਸਮੈਂਟ ਕਰਦੇ ਸੀ, ਪਰ ਅਸੀਂ ਹੁਣ ਇਹਦੇ ਵਿੱਚ ਫੰਕਸ਼ਨਲ ਐਕਸਿਸ, ਫੰਕਸ਼ਨਲ ਅਲਾਈਨਮੈਂਟ ਤੇ ਕਾਈਨੈਮੈਟਿਕ ਅਲਾਈਨਮੈਂਟ ਨੀ ਰਿਪਲੇਸਮੈਂਟ ਵੀ ਕਰ ਸਕਦੇ ਹਾਂ, ਜਿਹੜੀਆਂ ਕਿ ਲੇਟੈਸਟ ਟੈਕਨੋਲੋਜੀਜ਼ ਨੇ ਜਿਹਦੇ ਨਾਲ ਬਹੁਤ ਫਾਸਟ ਰਿਕਵਰੀ ਹੁੰਦੀ ਹੈ। ਸੋ ਇਹਦੇ ਵਿੱਚ ਜਦੋਂ ਅਸੀਂ ਪਲੈਨਿੰਗ ਕਰ ਦਿੰਦੇ ਹਾਂ ਤਾਂ ਇਹ ਬਰ ਜੋ ਹੈ ਉਨੀ ਹੀ ਬੋਨ ਨੂੰ ਟ੍ਰਿਮ ਕਰਦਾ ਹੈ ਜਿੰਨਾ ਆਪਾਂ ਇਹਦੇ ਵਿੱਚ ਫੀਡ ਕੀਤਾ ਹੈ ਜੀ। ਇਹ ਬਰ ਇੱਕ ਹੈਂਡ ਪੀਸ ਹੈ, ਇਹ ਬੋਨ ਨੂੰ ਰਬ ਕਰੇਗਾ ਤੇ ਬੋਨ ਨੂੰ ਟ੍ਰਿਮ ਕਰੇਗਾ। ਉਹ ਕੈਪ ਨੂੰ ਚੜਾਉਣ ਵਾਸਤੇ ਜਿੰਨਾ ਬੋਨ ਨੂੰ ਟ੍ਰਿਮ ਕਰਨਾ ਪਹਿਲਾਂ ਹੀ ਸਕਰੀਨ ਤੇ ਫਿੱਟ ਕਰ ਦਿੱਤਾ ਜਾਂਦਾ ਤੇ ਇਸ ਟ੍ਰਿਮਰ ਨੇ ਉਨਾ ਹੀ ਟ੍ਰਿਮ ਕਰਨਾ। ਸੋ ਇਹ ਬਰੀਕੀਆਂ ਆਉਣ ਕਰਕੇ ਰਿਜ਼ਲਟ ਬਹੁਤ ਬੈਟਰ ਹੋ ਜਾਂਦੇ ਆ। ਐਂਡ ਦਿਸ ਰੋਬੋਟ ਡਜ਼ਨਟ ਨੀਡ ਅ ਸੀਟੀ ਸਕੈਨ ਫॉर this scanning ਜੀ। ਇਹ ਰੋਬੋਟ ਦਾ ਨਾਮ ਸੁਣ ਕੇ ਲੋਕ ਬਹੁਤ ਸਾਰੇ ਡਰ ਵੀ ਜਾਂਦੇ ਨੇ ਵੀ ਪਤਾ ਨਹੀਂ ਅਸਲ ਦੇ ਵਿੱਚ ਕੋਈ ਰੋਬੋਟ ਆਏਗਾ ਜਾਂ ਬੰਦੇ ਨਹੀਂ, ਪਰ ਸਾਡਾ ਡਾਕਟਰ ਨਹੀਂ ਕਰੇਗਾ ਟ੍ਰੀਟਮੈਂਟ, ਇੱਕ ਰੋਬੋਟ ਕਰੇਗਾ। ਪਰ ਤੁਸੀਂ ਤਾਂ ਬੜੇ ਕਲੈਰੀਫਾਈ ਕੀਤਾ ਹੈ ਕਿ ਕਿਸ ਤਰ੍ਹਾਂ ਇਹ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਜਿਹੜਾ ਦੂਜੇ, ਜੇ ਆਪਾਂ ਕਿਸੇ ਹੋਰ ਹਸਪੀਟਲ ਦੀ ਗੱਲ ਕੀਤੀ ਜਾਵੇ, ਜੇ ਕਿਸੇ ਹੋਰ ਡਾਕਟਰ ਕੋਲ ਜਾਂਦੇ ਨੇ ਪੇਸ਼ੈਂਟ ਤੇ ਉਹ ਇਹ ਕਹਿੰਦੇ ਵੀ ਸਾਨੂੰ ਡਾਕਟਰ ਨੇ ਇਹ ਕਿਹਾ ਹੈ ਵੀ ਪਹਿਲਾਂ ਸਕੈਨ ਕਰਾਂਗੇ, ਸਕੈਨ ਕਰਨ ਤੋਂ ਬਾਅਦ ਪਤਾ ਲੱਗੇਗਾ ਕਿ ਅਸਲ ਦੇ ਵਿੱਚ ਗੋਡੇ ਦੇ ਵਿੱਚ ਦਿੱਕਤ ਕੀ ਹੈ। ਨਹੀਂ, ਉਹਦੇ ਵਿੱਚ ਇਹ ਇਸ ਤਰ੍ਹਾਂ ਦਾ ਰੋਬੋਟ ਹੈ ਜਿਹਦੇ ਵਿੱਚ ਸਕੈਨ ਦੀ ਜ਼ਰੂਰਤ ਨਹੀਂ ਪੈਂਦੀ ਹੈ, ਸਿਰਫ ਐਕਸ-ਰੇ ਦੀ ਹੀ ਨਾਰਮਲ ਨੀ ਰਿਪਲੇਸਮੈਂਟ ਵਾਂਗੂ ਜ਼ਰੂਰਤ ਪੈਂਦੀ ਹੈ ਜੀ। ਬਿਲਕੁਲ ਡਾਕਟਰ ਸਾਹਿਬ, ਇਹ ਜੋ ਰੋਬੋਟ ਹੈ ਇਸ ਦੀ ਵਰਤੋਂ ਕਰਕੇ ਆਪਰੇਸ਼ਨ ਕਿੰਨੇ ਟਾਈਮ ਦੇ ਵਿੱਚ ਸਕਸੈਸ ਹੋ ਜਾਂਦਾ ਹੈ? ਆਪਰੇਸ਼ਨ ਤੇ ਟੋਟਲ ਉਨਾ ਹੀ ਟਾਈਮ ਲੱਗਦਾ ਜਿੰਨਾ ਮੈਨੂਅਲ ਨੀ ਰਿਪਲੇਸਮੈਂਟ ਬਿਨਾਂ ਰੋਬੋਟ ਤੋਂ ਨੀ ਰਿਪਲੇਸਮੈਂਟ ਤੇ ਟਾਈਮ ਲੱਗਦਾ, ਉਨਾ ਹੀ ਟਾਈਮ ਲੱਗਦਾ ਇਹਦੇ ਵਿੱਚ, ਬਲਕਿ ਥੋੜਾ ਜਿਹਾ ਫਾਸਟ ਹੀ ਹੁੰਦਾ। ਠੀਕ ਹੈ, ਆਪਰੇਸ਼ਨ ਤੋਂ ਕੁਝ ਘੰਟੇ ਬਾਅਦ ਹੀ ਅਸੀਂ ਪੇਸ਼ੈਂਟ ਨੂੰ ਚਲਾ ਦਿੰਦੇ ਹਾਂ, ਵਾਕਰ ਦੇ ਨਾਲ ਪੇਸ਼ੈਂਟ ਚੱਲਣਾ ਸ਼ੁਰੂ ਕਰ ਦਿੰਦਾ। ਤੇ ਬਹੁਤ ਵਾਰ ਅਸੀਂ ਦੇਖਿਆ ਜਿਹੜਾ ਅਸੀਂ ਫੰਕਸ਼ਨਲ ਅਲਾਈਨਮੈਂਟ ਵਾਲੀ ਨੀ ਰਿਪਲੇਸਮੈਂਟ ਕਰਦੇ ਹਾਂ, ਫੰਕਸ਼ਨਲ ਅਲਾਈਨਮੈਂਟ ਵਿੱਚ ਇਹ ਹੁੰਦਾ ਵੀ ਅਸੀਂ ਜਿਵੇਂ ਕਿਸੇ ਦਾ ਗੋਡਾ ਬਹੁਤ ਜ਼ਿਆਦਾ ਟੇਢਾ ਸੀ ਜੀ, ਉਸ ਨੂੰ ਸਿੱਧਾ ਕਰਨ ਵਾਸਤੇ ਇਧਰਲੇ ਪਾਸੇ ਮਾਸ ਨੂੰ ਛਿੱਲਣਾ ਪੈਂਦਾ ਜੀ। ਠੀਕ ਹੈ, ਨਾਰਮਲ ਜਿਹੜਾ ਨੀ ਰਿਪਲੇਸਮੈਂਟ ਕਰਦੇ ਸੀ। ਪਰ ਰੋਬੋਟ ਨਾਲ ਹੁਣ ਕੁਝ ਇਸ ਤਰ੍ਹਾਂ ਸਿਸਟਮ ਆ ਗਿਆ ਵੀ ਅਸੀਂ ਜਿਹੜੇ ਕੈਪ ਚੜਾਉਂਦੇ ਆ ਉਹਨਾਂ ਦੇ ਐਂਗਲਸ ਨੂੰ ਹੀ ਇਸ ਤਰ੍ਹਾਂ ਵੇਰੀ ਕਰ ਦੇਵਾਂਗੇ, ਇਸ ਤਰ੍ਹਾਂ ਚੇਂਜ ਕਰ ਦੇਵਾਂਗੇ ਵੀ ਇਧਰੋਂ ਮਾਸ ਨੂੰ ਬਹੁਤਾ ਛਿੱਲਣ ਦੀ ਲੋੜ ਨਹੀਂ ਪਏਗੀ। ਤਾਂ ਜਦੋਂ ਉਹ ਮਾਸ ਛਿੱਲਣਾ ਨਹੀਂ ਪਏਗਾ ਤਾਂ ਸਰੀਰ ਤੇ ਆਬਵੀਅਸਲੀ ਸੱਟ ਘੱਟ ਵੱਜੇਗੀ, ਬਲੀਡਿੰਗ ਘੱਟ ਹੋਏਗੀ, ਦਰਦ ਘੱਟ ਹੋਏਗਾ, ਰਿਕਵਰੀ ਬਹੁਤ ਫਾਸਟ ਹੋ ਜਾਂਦੀ ਹੈ। ਤਾਂ ਫੰਕਸ਼ਨਲ ਅਲਾਈਨਮੈਂਟ ਵਾਲੇ ਨੀ ਰਿਪਲੇਸਮੈਂਟ ਜਿਹੜੀ ਅਸੀਂ ਰੋਬੋਟ ਨਾਲ ਕਰਦੇ ਹਾਂ, ਉਹਦੇ ਨਾਲ ਪੇਸ਼ੈਂਟ ਬਹੁਤ ਵਾਰ ਅਸੀਂ ਦੇਖਦੇ ਹਾਂ ਤੀਸਰੇ ਚੌਥੇ ਦਿਨ ਹੀ ਬਿਨਾਂ ਵਾਕਰ, ਬਿਨਾਂ ਸਟਿਕ ਤੋਂ ਚੱਲਣਾ ਸ਼ੁਰੂ ਹੋ ਜਾਂਦਾ ਜੀ। ਤਾਂ ਰਿਕਵਰੀ ਬਹੁਤ ਫਾਸਟ ਹੋ ਜਾਂਦੀ ਹੈ, ਜਿਹੜੀ ਕਿ ਨਾਰਮਲ ਅਸੀਂ ਦੇਖਦੇ ਹਾਂ ਨੀ ਰਿਪਲੇਸਮੈਂਟ ਤੋਂ ਬਾਅਦ ਕਰੀਬ 2 ਹਫ਼ਤੇ ਪੇਸ਼ੈਂਟ ਨੂੰ ਵਾਕਰ ਯੂਜ਼ ਕਰਨਾ ਪੈਂਦਾ ਸੀ, ਤਾਂ ਹੁਣ ਉਹ 2 ਹਫ਼ਤੇ ਦਾ ਟਾਈਮ 4-5 ਦਿਨ ਤੇ ਹੀ ਰਹਿ ਗਿਆ ਵਾਕਰ ਦਾ। ਉਸ ਤੋਂ ਬਾਅਦ 4-5 ਦਿਨ ਵਾਸਤੇ ਸਟਿਕ ਯੂਜ਼ ਕਰਨੀ ਪੈਂਦੀ ਹੈ। 2 ਹਫ਼ਤੇ ਦੇ ਵਿੱਚ ਪੇਸ਼ੈਂਟ ਬਿਨਾਂ ਸਹਾਰੇ ਤੋਂ ਤੁਰਨ ਲੱਗ ਜਾਂਦਾ ਆਲਮੋਸਟ ਜੀ। ਬਿਲਕੁਲ ਡਾਕਟਰ ਸਾਹਿਬ, ਕੁਝ ਪੇਸ਼ੈਂਟਸ ਦੀ ਇਹ ਬੜੀ ਮੁਸ਼ਕਿਲ ਆਉਂਦੀ ਹੈ, ਉਹਨਾਂ ਨੂੰ ਕਹਿੰਦੇ ਵੀ ਸਾਡੇ ਗਰਮੀਆਂ ਦੇ ਵਿੱਚ ਤਾਂ ਜਿਹੜੇ ਅਸੀਂ ਗੋਡੇ ਬਦਲਵਾਏ ਨੇ ਜਾਂ ਗੋਡਿਆਂ ਦਾ ਆਪਰੇਸ਼ਨ ਕੀਤਾ ਉਦੋਂ ਦਿੱਕਤ ਨਹੀਂ ਆਉਂਦੀ, ਪਰ ਜਿਵੇਂ ਸਰਦੀ ਸ਼ੁਰੂ ਹੁੰਦੀ ਹੈ ਸਾਡੇ ਗੋਡਿਆਂ ਦੇ ਵਿੱਚ ਦਰਦ ਸ਼ੁਰੂ ਹੋ ਜਾਂਦੀ ਹੈ। ਕੀ ਇਸ ਰੋਬੋਟ ਦੀ ਟੈਕਨੀਕ ਨਾਲ ਵੀ ਇਸ ਤਰ੍ਹਾਂ ਦੀ ਦਿੱਕਤ ਆਉਂਦੀ ਹੈ? ਨਹੀਂ, ਇਹਦੇ 'ਚ ਦੇਖੋ, ਜਿਸ ਤਰ੍ਹਾਂ ਜੋ ਪ੍ਰਿੰਸੀਪਲਸ ਆਫ ਨੀ ਰਿਪਲੇਸਮੈਂਟ ਹੈ, ਅਗੇਨ ਜੋ ਸਿਧਾਂਤ ਨੇ ਨੀ ਰਿਪਲੇਸਮੈਂਟ ਦੇ, ਉਹ ਸੇਮ ਰਹਿੰਦੇ ਨੇ। ਠੀਕ ਹੈ, ਇਸ ਕਰਕੇ ਉਹਦੇ ਵਿੱਚ ਚੀਰਾ ਵੀ ਲੱਗਣਾ ਹੀ ਹੈ, ਉਹਦੇ ਵਿੱਚ ਜੋ ਬੋਨ ਕਟਿੰਗ ਹੋਣੀ ਹੈ ਰੋਬੋਟ ਨਾਲ ਵੀ ਹੋਣੀ ਹੈ। ਠੀਕ ਹੈ, ਥੋੜੀ ਜਿਹੀ ਘੱਟ ਹੋਣੀ ਹੈ, ਚੀਰਾ ਥੋੜਾ ਘੱਟ ਲੱਗਣਾ, ਬਲੀਡਿੰਗ ਥੋੜੀ ਘੱਟ ਹੋਣੀ ਹੈ। ਤਾਂ ਇਹ ਸਾਰੀਆਂ ਪ੍ਰੋਬਲਮਸ ਘੱਟ ਹੁੰਦੀਆਂ। ਬਟ ਸਰਦੀ ਦੇ ਨਾਲ ਜਿਵੇਂ ਮਾੜੀ ਮੋਟੀ ਪ੍ਰੋਬਲਮ ਕਿਸੇ ਪੇਸ਼ੈਂਟ ਨੂੰ ਮੈਨੂਅਲ ਨੀ ਰਿਪਲੇਸਮੈਂਟ ਤੋਂ ਬਾਅਦ ਆਉਂਦੀ ਹੈ, ਤਾਂ ਥੋੜੀ ਬਹੁਤ ਰੋਬੋਟ ਨਾਲ ਵੀ ਆ ਸਕਦੀ ਹੈ, ਬਟ ਉਹ ਟੈਂਪਰਰੀ ਹੁੰਦੀ ਹੈ। ਉਹ ਵੀ ਯੂਜ਼ਲੀ ਅਸੀਂ ਦੇਖਦੇ ਹਾਂ ਵੀ ਜਦੋਂ 2-4 ਮਹੀਨੇ ਆਪਰੇਸ਼ਨ ਨੂੰ ਹੋਇਆ ਉਦੋਂ ਹੀ ਹੁੰਦੀ ਹੈ। ਜਦੋਂ ਥੋੜਾ ਜਿਹਾ ਲੰਬਾ ਟਾਈਮ ਪੈ ਜਾਂਦਾ, ਕਰੀਬ 6-8 ਮਹੀਨੇ ਲੰਘ ਜਾਂਦੇ, ਤਾਂ ਉਸ ਤੋਂ ਬਾਅਦ ਸਰਦੀ ਵਿੱਚ ਵੀ ਪ੍ਰੋਬਲਮ ਨਹੀਂ ਆਉਂਦੀ ਜੀ। ਡਾਕਟਰ ਸਾਹਿਬ, ਕੁਝ ਡਾਕਟਰ ਇਹ ਵੀ ਕਹਿੰਦੇ ਨੇ, ਕਹਿੰਦੇ ਆਪਰੇਟ ਤੁਹਾਡਾ ਹੋ ਗਿਆ, ਸਕਸੈਸ ਆਪਰੇਟ ਹੈ, ਬਟ ਤੁਸੀਂ ਪੈਰਾਂ ਭਾਰ ਨਹੀਂ ਬੈਠ ਸਕਦੇ। ਕੀ ਅਸਲ ਦੇ ਵਿੱਚ ਜਿਹਦਾ ਆਪਰੇਸ਼ਨ ਹੋਇਆ ਉਹਦਾ ਪੈਰਾਂ ਭਾਰ ਨਹੀਂ ਬੈਠ ਸਕਦਾ?
ਦੇਖੋ ਇਹਦੇ ਵਿੱਚ ਇੱਦਾਂ ਚਾਹੇ ਉਹ ਬਿਨਾਂ ਰੋਬੋਟ ਤੋਂ ਆਪਰੇਸ਼ਨ ਹੋਇਆ ਹੋਵੇ, ਚਾਹੇ ਉਹ ਰੋਬੋਟ ਨਾਲ ਆਪਰੇਸ਼ਨ ਹੋਇਆ ਹੋਵੇ, ਚਾਹੇ ਹਿੰਦੁਸਤਾਨ 'ਚ ਹੋਇਆ ਹੋਵੇ, ਚਾਹੇ ਅਮਰੀਕਾ 'ਚ ਹੋਇਆ ਹੋਵੇ, ਅਗੇਨ ਉੱਥੇ ਹੀ ਗੱਲ ਆਉਂਦੀ ਹੈ ਵੀ ਸਿਧਾਂਤ ਇਹਦੇ ਸੇਮ ਨੇ। ਸੋ ਇਹਦੇ ਵਿੱਚ ਕੈਪ ਹੀ ਚੜਾਣੇ ਆ ਦੋਨੋਂ ਪਾਸੇ। ਤਾਂ ਅਸੀਂ ਡਿਸਕਰੇਜ ਕਰਦੇ ਹਾਂ ਪੇਸ਼ੈਂਟ ਨੂੰ ਵੀ ਪੈਰਾਂ ਭਾਰ ਬੈਠੋ। ਦੇਖੋ ਜੇ ਆਪਣੇ ਆਪ ਲੌਜੀਕਲੀ ਸੋਚੋ, ਜਦੋਂ ਆਪਾਂ ਇਹ ਕੈਪ ਚੜਾਉਣ ਤੋਂ ਬਾਅਦ ਪੈਰਾਂ ਭਾਰ ਬੈਠਾਂਗੇ ਤਾਂ ਇਹ ਕੈਪ ਲੂਜ਼ ਹੋਣ ਦਾ ਚਾਂਸ ਰਹੇਗਾ। ਤਾਂ ਚਾਹੇ ਉਹ ਸਸਤਾ ਵਾਲਾ ਗੋਡਾ ਹੋਵੇ, ਚਾਹੇ ਉਹ ਮਹਿੰਗਾ ਵਾਲਾ ਗੋਡਾ ਹੋਵੇ, ਚਾਹੇ ਉਹ ਬਿਨਾਂ ਰੋਬੋਟ ਤੋਂ ਹੋਵੇ, ਚਾਹੇ ਉਹ ਰੋਬੋਟ ਨਾਲ ਹੋਵੇ, ਚਾਹੇ ਉਹ ਕਿਹੜੇ ਮਰਜ਼ੀ ਸਰਜਨ ਨੇ ਕੀਤਾ ਹੋਵੇ, ਚਾਹੇ ਕਿਹੜੀ ਮਰਜ਼ੀ ਕੰਟਰੀ 'ਚ ਹੋਇਆ ਹੋਵੇ, ਤਾਂ ਅਸੀਂ ਡਿਸਕਰੇਜ ਕਰਦੇ ਹਾਂ। ਅਸੀਂ ਨਹੀਂ ਕਹਿੰਦੇ ਵੀ ਤੁਸੀਂ ਹਰ ਰੋਜ਼ ਪੈਰਾਂ ਭਾਰ ਬੈਠੋ ਜਾਂ ਫਿਰ ਚੌਂਕੜੀ ਮਾਰੋ, ਜਦ ਕਿ 95% ਪੇਸ਼ੈਂਟ ਸਾਡੇ ਵੀ ਪੇਸ਼ੈਂਟ ਆਪਰੇਸ਼ਨ ਤੋਂ ਬਾਅਦ ਚੌਂਕੜੀ ਮਾਰ ਲੈਂਦੇ ਨੇ, ਠੀਕ ਹੈ। ਬਟ ਉਹ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ ਪੇਸ਼ੈਂਟ ਦੀ ਥਾਈਜ਼ ਕਿੰਨੀ ਹੈਵੀ ਹੈ, ਪੇਸ਼ੈਂਟ ਦਾ weight ਕਿੰਨਾ ਹੈ, ਪੇਸ਼ੈਂਟ ਕਿੰਨਾ ਮੋਟੀਵੇਸ਼ਨਲ ਫਿਜ਼ੀਓਥੈਰੇਪੀ ਐਕਸਰਸਾਈਜ਼ ਕਰਦਾ ਹੈ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਤੇ ਡਿਪੈਂਡ ਕਰਦਾ। ਪਰ ਜ਼ਿਆਦਾਤਰ ਅਸੀਂ ਪੈਰਾਂ ਭਾਰ ਬੈਠਣ ਤੋਂ ਮਨਾ ਕਰਦੇ ਹਾਂ, ਕਿਉਂਕਿ ਉਹਦੇ ਨਾਲ ਇਹ ਕੈਪ ਢਿੱਲੇ ਹੋਣ ਦਾ ਚਾਂਸ ਰਹਿੰਦਾ ਤੇ ਅਸੀਂ ਨਹੀਂ ਚਾਹੁੰਦੇ ਵੀ ਪੇਸ਼ੈਂਟ ਦੇ ਆਪਰੇਸ਼ਨ ਤੋਂ ਬਾਅਦ ਹਰ 5 ਸਾਲ ਬਾਅਦ ਫਿਰ ਦੁਬਾਰਾ ਆਪਰੇਸ਼ਨ ਕਰਨਾ ਪਵੇ। ਅਸੀਂ ਚਾਹੁੰਦੇ ਹਾਂ ਵੀ ਇਹ ਕੈਪ ਘੱਟੋ ਘੱਟ 25-30 ਸਾਲ ਪੇਸ਼ੈਂਟ ਦਾ ਸਾਥ ਨਿਭਾਵੇ ਤੇ ਦੁਬਾਰਾ ਆਪਰੇਸ਼ਨ ਉਹਨੂੰ ਨਾ ਹੀ ਲੋੜ ਪਵੇ। ਕਹਿੰਦੇ ਪੰਜਾਬੀਆਂ ਦੇ ਪੈਰ ਨਹੀਂ ਥੰਮਦੇ, ਜਦੋਂ ਵੀ ਢੋਲ ਦੀ ਤਾਲ ਵੱਜਦੀ ਹੈ ਤੇ ਪੈਰ ਮੱਲੋ ਮੱਲ ਨੱਚਣ ਨੂੰ ਜੀ ਕਰਦਾ, ਤੇ ਜਿਨ੍ਹਾਂ ਦਾ ਆਪਰੇਸ਼ਨ ਹੋਇਆ ਹੁੰਦਾ ਨੱਚ ਸਕਦੇ ਨੇ। ਬਿਲਕੁਲ ਡੈਫੀਨੇਟਲੀ। ਸਿਰਫ ਬੇਸਿਕਲੀ ਇੱਕੋ ਹੀ ਚੀਜ਼ ਹੈ ਜਿਹੜੀ ਤੁਸੀਂ ਪਹਿਲਾਂ ਪੁੱਛੀ, ਪੈਰਾਂ ਭਾਰ ਬੈਠਣ ਤੋਂ ਅਸੀਂ ਮਨਾ ਕਰਦੇ ਹਾਂ। ਉਸ ਤੋਂ ਬਿਨਾਂ ਪੌੜੀਆਂ ਵੀ ਚੜ੍ਹ ਸਕਦੇ ਹਾਂ। ਈਵਨ ਬਹੁਤ ਸਾਰੇ ਪੇਸ਼ੈਂਟ ਨੇ ਸਾਡੇ ਜਿਹੜੇ ਕਿ ਖੇਤੀਬਾੜੀ ਵਾਪਸ ਨਾਰਮਲ ਖੇਤੀਬਾੜੀ ਕਰਦੇ ਨੇ, ਟਰੈਕਟਰ ਚਲਾਉਂਦੇ ਨੇ, ਹਲ ਵਾਹੁੰਦੇ ਨੇ, ਸਾਰਾ ਕੁਝ ਕਰਦੇ ਨੇ, ਠੀਕ ਹੈ। ਪਸ਼ੂ ਚਾਰਦੇ ਨੇ, ਮੱਝਾਂ ਚਾਰਦੇ ਨੇ, ਕੋਈ ਦਿੱਕਤ ਨਹੀਂ ਹੈ, ਸਾਰਾ ਕੰਮ ਕਰ ਸਕਦੇ ਹਾਂ। ਸਿਰਫ ਪੈਰਾਂ ਭਾਰ ਬੈਠਣ ਤੋਂ ਅਸੀਂ ਮਨਾ ਕਰਦੇ ਹਾਂ। ਉਹਦਾ ਕਾਰਨ ਜਿਵੇਂ ਮੈਂ ਤੁਹਾਨੂੰ ਸਮਝਾਇਆ। ਜੀ ਬਿਲਕੁਲ ਡਾਕਟਰ ਸਾਹਿਬ, ਇੱਕ ਗੱਲ ਇਹ ਵੀ ਆਉਂਦੀ ਹੈ, ਕਹਿੰਦੇ ਵੀ ਜਦੋਂ ਆਪਾਂ ਮੈਨੂਅਲ ਆਪਰੇਟ ਕਰਾਉਂਦੇ ਹਾਂ, ਕਹਿੰਦੇ ਉਹਦਾ ਖਰਚਾ ਘੱਟ ਹੁੰਦਾ ਹੈ, ਤੇ ਜਿਹੜੇ ਤੁਸੀਂ ਰੋਬੋਟਿਕ ਟੈਕਨੀਕ ਦੀ ਗੱਲ ਕਰ ਰਹੇ ਹੋ, ਕਿਉਂਕਿ ਅੱਜ ਕੱਲ੍ਹ ਕਿਸੇ ਕੋ ਆਪਣੇ ਗੁਜ਼ਾਰੇ ਲਈ ਕਿ ਮਸਾ ਹੀ ਕੋਈ ਇਨਸਾਨ ਕਰ ਸਕਦਾ, ਤਾਂ ਇਸ ਦਾ ਖਰਚਾ ਮੈਨੂਅਲ ਆਪਰੇਟ ਦੇ ਨਾਲੋਂ ਜ਼ਿਆਦਾ ਹੈ ਜਾਂ ਘੱਟ ਹੈ? ਮੈਨੂਅਲ ਟੈਕਨੀਕ ਨਾਲੋਂ ਡੈਫੀਨੇਟਲੀ ਰੋਬੋਟ ਦਾ ਖਰਚਾ ਥੋੜ੍ਹਾ ਜਿਹਾ ਜ਼ਿਆਦਾ ਹੈ, ਬਿਕੋਜ਼ ਰੋਬੋਟ ਇੱਕ ਇਸ ਤਰ੍ਹਾਂ ਦੀ ਤਕਨੀਕ ਹੈ ਜੇ ਇਹ ਅਮਰੀਕਨ ਟੈਕਨੋਲੋਜੀ ਹੈ, ਲੇਟੈਸਟ ਟੈਕਨੋਲੋਜੀ ਹੈ ਤੇ ਬਹੁਤ ਕੋਸਟਲੀ ਮਸ਼ੀਨ ਹੈ, ਠੀਕ ਹੈ। ਤਾਂ ਓਬਵੀਅਸਲੀ ਉਹਦਾ ਥੋੜ੍ਹਾ ਜਿਹਾ ਲੋਡ ਪੇਸ਼ੈਂਟ 'ਤੇ ਪੈਂਦਾ। ਪਰ ਜੇ ਇਸ ਨੂੰ ਇਸ ਤਰੀਕੇ ਨਾਲ ਦੇਖਿਆ ਜਾਵੇ ਵੀ ਮੈਨੂਅਲ ਨੀ ਰਿਪਲੇਸਮੈਂਟ ਕਰਾ ਕੇ ਉਹ ਜਿਹੜਾ ਗੋਡਾ ਆਪਾਂ ਪਾਇਆ ਉਹਨੂੰ ਰਿਵੀਜ਼ਨ ਦੀ ਲੋੜ ਸਮਝ ਲਓ 10 ਸਾਲ ਬਾਅਦ ਪੈਂਦੀ ਹੈ, ਤੇ ਰੋਬੋਟ ਨਾਲ ਆਪਰੇਸ਼ਨ ਕੀਤਾ ਹੈ ਤਾਂ ਉਹਦੇ ਨਾਲ ਰਿਵੀਜ਼ਨ ਦੀ ਲੋੜ 25 ਸਾਲ ਬਾਅਦ ਪੈਂਦੀ ਹੈ, ਤਾਂ ਓਵਰਆਲ ਕਾਸਟ ਜਿਹੜੀ ਹੈਗੀ ਉਹ ਬਲਕਿ ਘੱਟ ਹੈ, ਠੀਕ ਹੈ। ਕਿਉਂਕਿ ਇਹਦੇ ਵਿੱਚ ਰੋਬੋਟ ਤੋਂ ਬਾਅਦ ਰਿਵੀਜ਼ਨ ਦੀ ਲੋੜ ਛੇਤੀ ਨਹੀਂ ਪੈਂਦੀ, ਤਾਂ ਉਹ ਰਿਵੀਜ਼ਨ ਦੀ ਲੋੜ ਨਹੀਂ ਪੈਂਦੀ ਤਾਂ ਉਹ ਪੇਸ਼ੈਂਟ ਦੀ ਕਾਸਟ ਬਚਦੀ ਹੈ। ਬਟ ਐਨੀਵੇਜ਼ ਇਹਦੇ ਵਿੱਚ ਵੀ ਸਾਡੇ ਕੋਲ ਇਸ ਤਰ੍ਹਾਂ ਦੀਆਂ ਆਪਸ਼ਨਸ ਹੈਗੀਆਂ ਨੇ ਜਿਹੜਾ ਕਿ ਅਸੀਂ ਘੱਟ ਖਰਚੇ ਵਿੱਚ ਰੋਬੋਟ ਨਾਲ ਵੀ ਆਪਰੇਸ਼ਨ ਕਰ ਸਕਦੇ ਹਾਂ। ਇਸ ਟੈਕਨੋਲੋਜੀ ਵਿੱਚ ਇਹ ਓਪਨ ਪਲੇਟਫਾਰਮ ਹੈ, ਇਹਦੇ ਵਿੱਚ ਬਹੁਤ ਤਰ੍ਹਾਂ ਦੇ ਇੰਪਲਾਂਟਸ, ਬਹੁਤ ਤਰ੍ਹਾਂ ਦੇ ਗੋਡੇ ਪਾਏ ਜਾ ਸਕਦੇ ਨੇ, ਕੋਈ ਦਿੱਕਤ ਨਹੀਂ ਹੈ ਉਹਦੇ ਵਿੱਚ, ਹੋ ਸਕਦੀ ਹੈ ਪੇਸ਼ੈਂਟ ਦੀ। ਮੰਨ ਲਓ ਕਿਸੇ ਪੇਸ਼ੈਂਟ ਦਾ ਪਹਿਲਾਂ ਮੈਨੂਅਲ ਟੈਕਨੀਕ ਦੇ ਨਾਲ ਆਪਰੇਟ ਕੀਤਾ ਗਿਆ ਪਰ ਉਹ ਸਕਸੈਸ ਨਹੀਂ ਹੋਇਆ, ਉਸ ਪੇਸ਼ੈਂਟ ਨੂੰ ਦੁਬਾਰਾ ਫਿਰ ਉਹੀ ਦਿੱਕਤ ਆ ਰਹੀ ਹੈ, ਕੀ ਰੋਬੋਟ ਟੈਕਨੀਕ ਨਾਲ ਦੁਬਾਰਾ ਉਸੇ ਪੇਸ਼ੈਂਟ ਦਾ ਆਪਰੇਟ ਕਰ ਸਕਦੇ ਹਾਂ? ਰੋਬੋਟਿਕ ਟੈਕਨੀਕ ਇਹ ਇਸ ਤਰ੍ਹਾਂ ਦੀ ਹੈ ਜਿਹਦੇ ਵਿੱਚ ਰਿਵੀਜ਼ਨ ਨੀ ਰਿਪਲੇਸਮੈਂਟ ਦਾ ਵੀ ਸੌਫਟਵੇਅਰ ਆ ਗਿਆ ਹੈ, ਬਟ ਉਹ ਅਸੀਂ ਹਜੇ ਫਰੀਕੁਐਂਟਲੀ ਯੂਜ਼ ਕਰਨਾ ਨਹੀਂ ਸ਼ੁਰੂ ਕੀਤਾ। ਉਹ ਇੰਡੀਆ ਵਿੱਚ ਈਜ਼ੀਲੀ ਅਵੇਲੇਬਲ ਹਜੇ ਨਹੀਂ ਹੋਇਆ, ਪਰ ਕੁਝ ਮਹੀਨਿਆਂ ਵਿੱਚ ਹੀ ਸਾਡੇ ਕੋਲ ਆ ਜਾਏਗਾ। ਬਟ ਰਿਵੀਜ਼ਨ ਨੀ ਰਿਪਲੇਸਮੈਂਟ ਦੇ ਬਹੁਤ ਸਾਰੇ ਕਾਰਨ ਹੁੰਦੇ ਆ, ਉਹ ਪਹਿਲਾਂ ਪੇਸ਼ੈਂਟ ਦੇਖ ਕੇ ਹੀ ਪਤਾ ਲੱਗਦਾ ਵੀ ਉਸ ਨੂੰ ਰਿਵੀਜ਼ਨ ਦੀ ਕਿਉਂ ਲੋੜ ਹੈ ਤੇ ਕਿਸ ਤਰ੍ਹਾਂ ਪੇਸ਼ੈਂਟ ਦੀ ਹੈਲਪ ਕੀਤੀ ਜਾ ਸਕਦੀ ਹੈ। ਮੰਨ ਲਓ ਕੋਈ ਪੇਸ਼ੈਂਟ, ਜਿਸ ਤਰ੍ਹਾਂ ਅੱਜ ਕੱਲ੍ਹ ਆਮ ਗੱਲ ਹੋ ਗਈ ਹੈ, ਸ਼ੂਗਰ ਦੀ ਬਿਮਾਰੀ ਨਾਲ ਪੀੜਤ ਹੈ ਜਾਂ BP ਹੈ ਜਾਂ ਫਿਰ ਹਾਰਟ ਪੇਸ਼ੈਂਟ ਹੈ, ਤੇ ਉਹ ਪਹਿਲਾਂ ਹੀ ਆਲਰੇਡੀ ਬਹੁਤ ਸਾਰੀਆਂ ਦਵਾਈਆਂ ਖਾ ਰਿਹਾ ਹੁੰਦਾ ਹੈ, ਤਾਂ ਇਸ ਆਪਰੇਟ ਤੋਂ ਬਾਅਦ ਦਵਾਈਆਂ ਕਿੰਨੀਆਂ ਖਾਣੀਆਂ ਪੈਂਦੀਆਂ? ਤੇ ਦੂਜਾ ਸਵਾਲ ਮੇਰਾ ਇਹਦੇ ਵਿੱਚੋਂ ਹੀ ਹੈ, ਜਿਨ੍ਹਾਂ ਨੂੰ ਇਹ ਬਿਮਾਰੀਆਂ ਨੇ, ਕਿ ਉਹਨਾਂ ਦਾ ਵੀ ਆਪਰੇਟ ਹੋ ਸਕਦਾ ਹੈ? ਜੀ ਬਿਲਕੁਲ, ਅਸੀਂ ਇਹੀ ਗੱਲ ਕਹਿੰਦੇ ਆ ਵੀ ਪੇਸ਼ੈਂਟ ਨੀਡਸ ਨੀ ਰਿਪਲੇਸਮੈਂਟ ਵੈਨ ਮੈਡੀਕਲੀ ਫਿਟ। ਸੋ ਦਿਸ ਇਜ਼ ਅ ਪਲੈਨਡ ਸਰਜਰੀ, ਇਟ ਇਜ਼ ਨਾਟ ਐਨ ਐਮਰਜੈਂਸੀ ਸਰਜਰੀ। ਇਹ ਪਲੈਨਡ ਸਰਜਰੀ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ, ਜੇ ਮੰਨ ਲਓ ਕਿਸੇ ਨੂੰ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਦੀ ਪ੍ਰੋਬਲਮ ਜਾਂ ਥਾਇਰਾਇਡ ਦੀ ਪ੍ਰੋਬਲਮ ਹੈ, ਤਾਂ ਇਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਆਪਟੀਮਾਈਜ਼ ਕੀਤਾ ਜਾਂਦਾ, ਕੰਟਰੋਲ 'ਚ ਕੀਤਾ ਜਾਂਦਾ, ਇੱਕ ਲੈਵਲ 'ਤੇ ਲਿਆਂਦਾ ਜਾਂਦਾ। ਸ਼ੂਗਰ ਕੰਟਰੋਲ ਹੋਣੀ ਚਾਹੀਦੀ ਹੈ, ਸ਼ੂਗਰ ਜੇ ਕੰਟਰੋਲ ਹੈ ਤਾਂ ਫਿਰ ਆਪਰੇਸ਼ਨ ਕਰਨ 'ਚ ਕੋਈ ਪ੍ਰੋਬਲਮ ਨਹੀਂ ਹੈ। ਹਾਰਟ ਦੇ ਵਿੱਚ ਜੇ ਸਟੈਂਟ ਵੀ ਪਿਆ, ਜੇ ਮੰਨ ਲਓ ਬਾਈਪਾਸ ਸਰਜਰੀ ਵੀ ਹੋਈ ਹੈ, ਪਰ ਜੇ ਆਪਾਂ ਹਾਰਟ ਦੇ ਟੈਸਟ ਕਰੀਏ ਨਾਰਮਲ ਆਉਂਦੇ ਆ ਤੇ ਕਾਰਡੀਓਲੋਜਿਸਟ ਦੇ ਓਪੀਨੀਅਨ ਲਿਆ ਜਾਂਦਾ ਵੀ ਆਪਰੇਸ਼ਨ ਕਰ ਸਕਦੇ ਆ, ਤਾਂ ਉਹ ਐਨੈਸਥੀਸੀਆ ਦੀਆਂ ਅੱਜ ਕੱਲ੍ਹ ਲੇਟੈਸਟ ਟੈਕਨੀਕਸ ਦੇ ਨਾਲ ਆਪਰੇਸ਼ਨ ਕੀਤਾ ਜਾ ਸਕਦਾ ਹੈ। ਜੀ, ਰੋਬੋਟਿਕ ਟੈਕਨੀਕ ਆਪਰੇਟ ਤੋਂ ਬਾਅਦ ਕੀ ਕੋਈ ਪੇਸ਼ੈਂਟ ਹੈ ਐਕਸਰਸਾਈਜ਼ ਜਾਂ ਯੋਗਾ ਵਗੈਰਾ ਕਰ ਸਕਦਾ ਹੈ?
ਬਿਲਕੁਲ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਸਿਰਫ ਪੈਰਾਂ ਭਾਰ ਬੈਠਣ ਤੋਂ ਬਿਨਾ ਆਲਮੋਸਟ ਐਵਰੀਥਿੰਗ ਡੇਲੀ ਐਕਟੀਵਿਟੀ ਜਿਵੇਂ ਤੁਸੀਂ ਕਰਦੇ ਹੋ ਜਿਵੇਂ ਮੈਂ ਕਰਦਾ ਉੱਦਾਂ ਪੇਸ਼ੈਂਟ ਕਰ ਸਕਦਾ ਹੈ। ਉਹਦੇ 'ਚ ਕੋਈ ਮੇਜਰ ਰੁਕਾਵਟ ਨਹੀਂ ਹੈ, ਆਲਮੋਸਟ ਸਾਰੀਆਂ ਐਕਟੀਵਿਟੀਜ਼ ਆਪਾਂ ਕਰ ਸਕਦੇ ਹਾਂ। ਇਸ ਦੇ ਵਿੱਚ ਕੋਈ ਖਾਣ ਪਾਣ ਦਾ ਵੀ ਪਰਹੇਜ਼ ਹੁੰਦਾ? ਨਹੀਂ, ਨਾਰਮਲ ਰੂਟੀਨ ਆਪਾਂ ਜੋ ਖਾਣੇ ਪੀਂਦੇ ਆ ਉਹ ਖਾ ਪੀ ਸਕਦੇ ਹਾਂ। ਮੈਡੀਸਿਨਸ ਦਾ ਤੁਸੀਂ ਪੁੱਛਿਆ ਸੀਗਾ ਵੀ ਰੋਬੋਟਿਕ ਟੈਕਨੀਕ ਤੋਂ ਬਾਅਦ ਪੇਸ਼ੈਂਟ ਨੂੰ ਜਿਵੇਂ ਤੁਹਾਨੂੰ ਦੱਸਿਆ ਫੰਕਸ਼ਨਲ ਅਲਾਈਨਮੈਂਟ ਵਾਲੀ ਨੀ ਰਿਪਲੇਸਮੈਂਟ ਅਸੀਂ ਕਰਦੇ ਹਾਂ, ਜਿਹੜੀ ਕਿ ਜਿਹਦੇ ਮੈਨੂਅਲ ਇੰਸਟਰੂਮੈਂਟਸ ਆਉਂਦੇ ਹੀ ਨਹੀਂ ਇੰਡੀਆ 'ਚ। ਮੈਨੂਅਲ ਇੰਸਟਰੂਮੈਂਟਸ ਨਾਲ ਫੰਕਸ਼ਨਲ ਅਲਾਈਨਮੈਂਟ ਵਾਲੀ ਨੀ ਰਿਪਲੇਸਮੈਂਟ ਪੋਸੀਬਲ ਨਹੀਂ ਹੈ। ਸੋ ਫੰਕਸ਼ਨਲ ਅਲਾਈਨਮੈਂਟ ਜਿਹੜੀ ਅਸੀਂ ਰੋਬੋਟਿਕ ਟੈਕਨੀਕ ਨਾਲ ਕਰਦੇ ਹਾਂ ਉਹਦੇ 'ਚ ਮਾਸ ਦਾ ਛਿਲਣਾ ਬਹੁਤ ਘੱਟ ਹੈ, ਬਲੀਡਿੰਗ ਬਹੁਤ ਘੱਟ ਹੈ, ਦਰਦ ਬਹੁਤ ਘੱਟ ਹੈ, ਰਿਕਵਰੀ ਬਹੁਤ ਫਾਸਟ ਹੈ ਤੇ ਕੋਈ ਵੀ ਫਿਜ਼ੀਓਥੈਰੇਪੀ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਪੇਸ਼ੈਂਟ ਨੂੰ ਹੀ 3 ਐਕਸਰਸਾਈਜ਼ ਸਿਖਾਉਂਦੇ ਹਾਂ, ਉਹੀ ਤਿੰਨੋਂ ਐਕਸਰਸਾਈਜ਼ ਪੇਸ਼ੈਂਟ ਘਰੇ ਜਾ ਕੇ ਆਪਣੇ ਆਪ ਕਰਦਾ ਹੈ। ਕਿਸੇ ਵਰਜਿਸ਼ ਵਾਲੇ ਡਾਕਟਰ ਨੂੰ ਘਰੇ ਬੁਲਾਉਣ ਦੀ ਲੋੜ ਨਹੀਂ ਪੈਂਦੀ ਜਾਂ ਕਿਸੇ ਕੋਲ ਰੋਜ਼ ਜਾਣ ਦੀ ਲੋੜ ਨਹੀਂ ਪੈਂਦੀ ਤੇ ਉਹਦਾ ਖਰਚਾ ਵੀ ਨਹੀਂ ਪੈਂਦਾ ਤੇ ਉਹਦੇ ਨਾਲ ਹੀ ਪੇਸ਼ੈਂਟ ਫੁੱਲੀ ਰਿਕਵਰ ਕਰਦਾ ਹੈ। ਤੇ ਪੇਨ ਕਿਲਰਸ ਮੈਡੀਸਿਨਸ ਵੀ ਬਹੁਤ ਘੱਟ ਲੈਣੀਆਂ ਪੈਂਦੀਆਂ। ਨਾਰਮਲੀ ਅਸੀਂ ਦੇਖਦੇ ਹਾਂ ਕਰੀਬ 3 ਹਫ਼ਤੇ ਤੱਕ ਆਲਮੋਸਟ ਪੇਨ ਕਿਲਰ ਬੰਦ ਹੋ ਜਾਂਦੇ ਆ। ਜੀ ਬਿਲਕੁਲ ਡਾਕਟਰ ਸਾਹਿਬ, ਸਭ ਤੋਂ ਇੰਪੋਰਟੈਂਟ ਸਵਾਲ ਇਹ ਹੈ ਕਿਉਂਕਿ ਜਿਹੜੇ ਦਰਸ਼ਕ ਦੇਖ ਰਹੇ ਨੇ ਵੀਡੀਓ ਉਹਨਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਜ਼ਰੂਰ ਆ ਜਾਂਦਾ ਹੈ, ਕਿਸ ਉਮਰ ਤੱਕ ਇਹ ਰੋਬੋਟਿਕ ਟੈਕਨੀਕ ਦੇ ਨਾਲ ਆਪਾਂ ਆਪਰੇਟ ਕਰਾ ਸਕਦੇ ਹਾਂ? ਇਹਦੇ ਵਿੱਚ ਉਮਰ ਦਾ ਕੋਈ ਬਾਰ ਨਹੀਂ ਹੈ, ਕੋਈ ਬੈਰੀਅਰ ਨਹੀਂ ਹੈ। ਉਹ ਪੇਸ਼ੈਂਟ ਦੀ ਮੈਡੀਕਲ ਕੰਡੀਸ਼ਨ ਤੇ ਡਿਪੈਂਡ ਕਰਦਾ ਹੈ। ਚਾਹੇ ਪੇਸ਼ੈਂਟ ਦੀ ਏਜ 90 ਇਅਰਸ ਵੀ ਹੋਵੇ, ਪਰ ਜੇ ਉਹ ਮੈਡੀਕਲੀ ਫਿਟ ਹੈ ਤਾਂ ਉਹਨੂੰ ਇੱਕ ਪੇਨ ਫਰੀ ਨੀ ਦਾ ਹੱਕ ਹੈ। ਠੀਕ ਹੈ, ਉਹਨੂੰ ਦਰਦ ਤੋਂ ਬਿਨਾਂ ਜੀਣ ਦਾ ਹੱਕ ਹੈ। ਤਾਂ ਜੇ ਉਹ ਮੈਡੀਕਲ ਫਿਟਨੈਸ ਅਲਾਉ ਕਰਦੀ ਹੈ, ਜੇ ਉਹਦੀ ਹਾਰਟ ਦੀ ਕੰਡੀਸ਼ਨ ਪੇਸ਼ੈਂਟ ਦੀ ਸਭ ਕੁਝ ਕੰਟਰੋਲਡ ਹੈ, ਤਾਂ ਫਿਰ 90 ਈਅਰ ਓਲਡ 95 ਈਅਰ ਓਲਡ ਦਾ ਵੀ ਨੀ ਰਿਪਲੇਸਮੈਂਟ ਕੀਤਾ ਜਾ ਸਕਦਾ ਹੈ। ਯਾਨੀ ਕਿ ਬਿਲਕੁਲ ਸੇਫ ਆਪਰੇਟ ਹੈ, ਵੀ ਕਿਸੇ ਤਰ੍ਹਾਂ ਦੀ ਕੋਈ ਬਾਅਦ ਦੇ ਵਿੱਚ ਦਿੱਕਤ ਨਹੀਂ ਆਉਂਦੀ। ਬਿਲਕੁਲ, ਜੇ ਮੈਡੀਕਲੀ ਫਿਟ ਹੈ ਤਾਂ ਸੇਫਟੀ ਨਾਲ ਆਪਰੇਸ਼ਨ ਕੀਤਾ ਜਾ ਸਕਦਾ। ਬਿਲਕੁਲ। ਤਾਂ ਜਿਹੜੇ ਦਰਸ਼ਕ ਸਾਡੀ ਵੀਡੀਓ ਦੇਖ ਰਹੇ ਨੇ ਉਹ ਤੁਹਾਡੇ ਨਾਲ ਜੇ ਸੰਪਰਕ ਕਰਨਾ ਚਾਹਣ ਤਾਂ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ? ਸਾਡਾ ਅਨਹਦ ਕਲੀਨਿਕ ਮਲੇਰਕੋਟਲਾ ਰੋਡ ਤੇ ਗਿੱਲ ਬਾਈਪਾਸ ਕੋਲ ਹੈ, ਆਧਾਰ ਸੁਪਰ ਮਾਰਕੀਟ ਕੋਲੇ ਅਨਹਦ ਕਲੀਨਿਕ। ਜਦੋਂ ਆਲਮਗੀਰ ਤੋਂ ਸ਼ਹਿਰ ਵੱਲ ਜਾਂਦੇ ਆ ਤਾਂ ਮੈਕਡੋਨਲਡ ਮਾਰਕੀਟ ਤੋਂ 200 ਮੀਟਰ ਪਹਿਲਾਂ ਆ ਜਾਂਦਾ ਅਨਹਦ ਕਲੀਨਿਕ ਹੈ। ਸੋ ਅਸੀਂ ਪਿਛਲੇ 5 ਸਾਲ ਤੋਂ ਸਿਰਫ ਗੋਡੇ ਤੇ ਚੂਲੇ ਦਾ ਆਪਰੇਸ਼ਨ ਕਰਦੇ ਹਾਂ ਤੇ ਮੇਰਾ ਫੋਕਸ ਸੀਗਾ ਹਮੇਸ਼ਾ ਤੋਂ ਵੀ ਮੈਂ ਇੱਕੋ ਹੀ ਚੀਜ਼ ਕਰਾਂ, ਪਰ ਉਹਦੇ ਵਿੱਚ ਪੂਰਾ ਆਪਣੀ ਰੂਹ ਪਾ ਕੇ ਪੂਰੀ ਜਾਨ ਪਾ ਕੇ ਕਰਾਂ। ਤਾਂ ਇਸ ਸੋਚ ਨਾਲ ਮੈਂ ਅੱਗੇ ਵਧਿਆ ਤੇ ਬਹੁਤ ਪਰਮਾਤਮਾ ਨੇ ਸਾਥ ਦਿੱਤਾ ਵੀ ਅਸੀਂ ਪਿਛਲੇ 1 ਸਾਲ ਤੋਂ ਹੁਣ ਰੋਬੋਟਿਕ ਨੀ ਰਿਪਲੇਸਮੈਂਟ ਕਰ ਰਹੇ ਹਾਂ, ਵਿਚ ਇਜ਼ ਵਨ ਆਫ ਦਾ ਬੈਸਟ ਟੈਕਨੋਲੋਜੀਜ਼। ਅੱਜ ਦੀ ਦੁਨੀਆ ਦੀ ਬੈਸਟ ਟੈਕਨੋਲੋਜੀ ਹੈ ਨੀ ਰਿਪਲੇਸਮੈਂਟ ਵਾਸਤੇ ਤੇ ਸਾਡੇ ਪੇਸ਼ੈਂਟਸ ਉਸ ਦਾ ਬਹੁਤ ਲਾਹਾ ਲੈ ਰਹੇ ਨੇ। ਬਹੁਤ ਦੂਰੋਂ ਸਾਡੇ ਕੋਲ ਪੇਸ਼ੈਂਟ ਆ ਰਹੇ ਨੇ, NRI ਪੇਸ਼ੈਂਟਸ ਵੀ ਆ ਰਹੇ ਨੇ। ਸੋ ਅਸੀਂ ਸ਼ੁਕਰੀਆ ਕਰਦੇ ਹਾਂ ਉਸ ਪਰਮਾਤਮਾ ਦਾ ਇਸ ਕਾਬਿਲ ਬਣਾਇਆ ਸਾਨੂੰ। ਜੀ ਬਿਲਕੁਲ। ਡਾਕਟਰ ਸਾਹਿਬ, ਜਾਂਦੇ ਉਹਨਾਂ तमाम ਪੇਸ਼ੈਂਟਸ ਨੂੰ ਕੀ ਮੈਸੇਜ ਆ, ਸੁਨੇਹਾ ਦੇਣਾ ਚਾਹੋਗੇ ਜਿਹੜੇ ਕਿ ਗੋਡਿਆਂ ਦੇ ਦਰਦ ਦੇ ਨਾਲ ਜੂਝ ਰਹੇ ਨੇ ਪਰ ਉਹਨਾਂ ਨੂੰ ਸੋਲੂਸ਼ਨ ਨਹੀਂ ਮਿਲ ਰਿਹਾ ਕਿ ਅਸੀਂ ਕਿੱਥੋਂ ਆਪਰੇਟ ਕਰਾਂਗੇ? ਉਹਦੇ ਵਾਸਤੇ ਇੱਕ ਵਾਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ, ਮੈਡੀਕਲ ਡਾਕਟਰ ਦੀ, ਆਰਥੋਪੈਡਿਸ਼ਨ ਦੀ, ਨੀ ਰਿਪਲੇਸਮੈਂਟ ਸਰਜਨ ਦੀ ਸਲਾਹ ਲੈਣੀ ਚਾਹੀਦੀ ਹੈ ਵੀ ਕੀ ਉਹਨਾਂ ਦੀ ਪ੍ਰੋਬਲਮ ਦਾ ਕਿਸ ਤਰ੍ਹਾਂ ਸੋਲੂਸ਼ਨ ਹੈ। ਡਾਕਟਰ ਸਾਹਿਬ, ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਵੀ ਸਵਾਲ ਆ ਜਾਂਦਾ ਜਦੋਂ ਰੋਬੋਟ ਦੇ ਨਾਲ ਆਪਰੇਟ ਦੀ ਗੱਲ ਆਉਂਦੀ ਹੈ ਤਾਂ ਉਹ ਕਹਿੰਦੇ ਨੇ ਕਿ ਸਾਨੂੰ ਫਲਾਣੇ ਨੇ ਦੱਸਿਆ ਰੋਬੋਟ ਦੇ ਨਾਲ ਆਪਰੇਸ਼ਨ ਨਹੀਂ ਹੁੰਦਾ, ਕਹਿੰਦੇ ਨੈਵੀਗੇਸ਼ਨ ਸਿਸਟਮ ਹੁੰਦਾ ਉਹਦੇ ਨਾਲ ਆਪਰੇਟ ਹੁੰਦਾ। ਇਸ 'ਚ ਕਿੰਨੀ ਕੁ ਸੱਚਾਈ ਹੈ? ਐਕਚੁਅਲੀ ਕੰਪਿਊਟਰ ਨੈਵੀਗੇਸ਼ਨ ਟੈਕਨੋਲੋਜੀ ਕਾफ़ੀ ਦੇਰ ਤੋਂ ਯੂਜ਼ ਹੋ ਰਹੀ ਹੈ ਨੀ ਰਿਪਲੇਸਮੈਂਟ ਵਾਸਤੇ। ਸੋ ਕੰਪਿਊਟਰ ਨੈਵੀਗੇਸ਼ਨ ਨਾਲ ਬੇਸਿਕਲੀ ਜਿਵੇਂ ਮੈਂ ਤੁਹਾਨੂੰ ਥੋੜਾ ਸਮਝਾਇਆ ਵੀ ਅਸੀਂ ਰੋਬੋਟ ਸਕਰੀਨ ਤੇ ਇੱਦਾਂ ਅਨੈਟਮੀ ਬਣਾ ਦਿੰਦੇ ਹਾਂ, ਗੋਡੇ ਦਾ ਜੋ ਬਣਾਵਟ ਆ ਉਹ ਬਣਾ ਦਿੰਦੇ ਹਾਂ ਤੇ ਉਹਦੇ ਤੇ ਕੈਪ ਚੜਾ ਦਿੰਦੇ ਹਾਂ। ਤਾਂ ਜਿਹੜੇ ਨੈਵੀਗੇਸ਼ਨ ਹੈ ਉਹਦੇ 'ਚ ਪਹਿਲੀ ਗੱਲ ਤਾਂ ਇੰਨੀ ਬਰੀਕੀ ਨਾਲ ਕੰਮ ਨਹੀਂ ਹੁੰਦਾ, ਠੀਕ ਹੈ। ਦੂਜੀ ਗੱਲ, ਉਹਦੇ ਵਿੱਚ ਪਲੈਨਿੰਗ ਹੁੰਦੀ ਹੈ, ਸਿਰਫ ਐਗਜ਼ੀਕਿਊਸ਼ਨ ਨਹੀਂ ਹੁੰਦੀ। ਤਾਂ ਰੋਬੋਟ ਦੇ ਨੈਵੀਗੇਸ਼ਨ 'ਚ ਮੇਨ ਫਰਕ ਇਹ ਹੈ ਵੀ ਪਲੈਨਿੰਗ ਦੇ ਨਾਲ ਐਗਜ਼ੀਕਿਊਸ਼ਨ ਵਿੱਚ ਵੀ ਰੋਬੋਟ ਹੈਲਪ ਕਰਦਾ ਹੈ। ਐਗਜ਼ੀਕਿਊਸ਼ਨ ਮਤਲਬ ਜਿੰਨਾ ਇਹਦੇ 'ਚ ਪਲਾਨ ਕੀਤਾ ਓਨੀ ਹੀ ਬੋਨ ਨੂੰ ਟ੍ਰਿਮ ਵੀ ਕਰਨਾ ਹੈ। ਟ੍ਰਿਮ ਕਰਨ ਵਾਸਤੇ ਵੀ ਇਹ ਰੋਬੋਟਿਕ ਹੈਂਡ ਪੀਸ ਹੈ ਜੋ ਇਸ ਰੋਬੋਟਿਕ ਟੂਲ ਵਿੱਚ ਅਵੇਲੇਬਲ ਹੈ। ਸੋ ਇਹ ਮੇਨ ਡਿਫਰੈਂਸ ਹੈ ਨੈਵੀਗੇਸ਼ਨ ਤੇ ਰੋਬੋਟਿਕ ਦਾ। ਬਿਲਕੁਲ, ਪਰ ਇਹ ਗੱਲਾਂ ਤਾਂ ਕੋਈ ਡਾਕਟਰ ਦੱਸਦੇ ਹੀ ਨਹੀਂ ਜਿਸ ਤਰ੍ਹਾਂ ਤੁਸੀਂ ਪੂਰੀ ਡਿਸਪਲੇ ਕਰਕੇ ਦਿਖਾ ਰਹੇ ਹੋ। ਨਹੀਂ, ਆਈ ਥਿੰਕ ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ। ਇਹ ਬੜੀ ਸਿੰਪਲ ਜੀ ਗੱਲ ਹੈ ਵੀ ਨੈਵੀਗੇਸ਼ਨ 'ਚ ਸਿਰਫ ਪਲੈਨਿੰਗ ਹੁੰਦੀ ਆ ਤੇ ਰੋਬੋਟਿਕਸ ਵਿੱਚ ਪਲੈਨਿੰਗ ਦੇ ਨਾਲ ਐਗਜ਼ੀਕਿਊਸ਼ਨ ਵੀ ਹੁੰਦੀ ਹੈ ਵਿਚ ਇਜ਼ ਅਵੇਲੇਬਲ ਇਨ ਦਿਸ ਰੋਬੋਟ।
ਬਿਲਕੁਲ ਤੁਸੀਂ ਬਾਰ-ਬਾਰ ਫੰਕਸ਼ਨ ਅਲਾਈਨਮੈਂਟ ਦਾ ਜ਼ਿਕਰ ਕਰ ਰਹੇ ਹੋ, ਇਹ ਟੈਕਨੀਕ ਮੈਨੂੰ ਲੱਗਦਾ ਅਜੇ ਤੱਕ ਕਿਸੇ ਨੇ ਸੁਣੀ ਵੀ ਨਹੀਂ ਹੋਏਗੀ। ਫੰਕਸ਼ਨਲ ਅਲਾਈਨਮੈਂਟ ਇੱਕ ਇਸ ਤਰ੍ਹਾਂ ਦੀ ਟੈਕਨੀਕ ਹੈ ਬੇਸਿਕਲੀ, ਮੈਂ ਤੁਹਾਨੂੰ ਇਹਦੇ ਤੇ ਸਮਝਾਉਣਾ ਚਾਹੂੰਗਾ ਥੋੜਾ ਜਿਹਾ। ਆਹ ਪੱਟ ਦੀ ਹੱਡੀ ਹੈ, ਆਹ ਲੱਤ ਦੀ ਹੱਡੀ ਹੈ, ਇਧਰਲੇ ਪਾਸਿਓਂ ਗੋਡਾ ਟਾਈਟ ਹੋ ਗਿਆ ਕਿਉਂਕਿ ਇੱਧਰ ਦੋਨੋਂ ਹੱਡੀਆਂ ਰਗੜ ਖਾਣ ਲੱਗ ਗਈਆਂ, ਤਾਂ ਇਹ ਲੱਤ ਥੋੜੀ ਜੀ ਇਦਾਂ ਟੇਢੀ ਹੋ ਗਈ ਅੰਦਰਲੇ ਪਾਸੇ, ਠੀਕ ਹੈ, ਇਹਨੂੰ ਵੈਰਸ ਡਿਫਾਰਮਿਟੀ ਕਹਿੰਦੇ ਆ। ਤਾਂ ਇਹ ਅੰਦਰਲੇ ਪਾਸਿਓਂ ਟਾਈਟ ਹੋ ਗਿਆ ਮਾਸ, ਠੀਕ ਹੈ। ਇਹਨੂੰ ਜਦੋਂ ਆਪਾਂ ਸਿੱਧਾ ਕਰਨਾ ਤਾਂ ਇਧਰਲੇ ਪਾਸੇ ਮਾਸ ਦਾ ਛਿਲਣਾ ਜ਼ਰੂਰੀ ਹੋ ਜਾਂਦਾ। ਜਦੋਂ ਅਸੀਂ ਬਿਨਾਂ ਰੋਬੋਟ ਤੋਂ ਨੀ ਰਿਪਲੇਸਮੈਂਟ ਕਰਦੇ ਹਾਂ ਤਾਂ ਇਧਰਲੇ ਪਾਸੇ ਜਦੋਂ ਤੱਕ ਮਾਸ ਨੂੰ ਛਿੱਲਾਂਗੇ ਨਹੀਂ ਉਦੋਂ ਤੱਕ ਉਹਨੂੰ ਸਿੱਧਾ ਨਹੀਂ ਕਰ ਪਾਵਾਂਗੇ ਆਪਾਂ, ਠੀਕ ਹੈ। ਬਟ ਰੋਬੋਟ ਇੱਕ ਇਦਾਂ ਦੀ ਟੈਕਨੀਕ ਹੈ ਜਿਹਦੇ ਵਿੱਚ ਅਸੀਂ ਜਿਹੜੇ ਕੈਪ ਚੜਾਣੇ ਆ ਉਹਨਾਂ ਦੇ ਹੀ ਐਂਗਲਸ ਦੀ ਵੇਰੀਏਸ਼ਨ ਕਰ ਸਕਦੇ ਹਾਂ ਵਿਦਿਨ ਸਰਟਨ ਲਿਮਿਟਸ, ਤੇ ਉਹਦੇ ਨਾਲ ਇਹ ਮਾਸ ਦਾ ਛਿਲਣਾ ਜ਼ੀਰੋ ਹੋ ਜਾਂਦਾ। ਉਹ ਮਾਸ ਦਾ ਛਿਲਣਾ ਜਦੋਂ ਜ਼ੀਰੋ ਹੋ ਜਾਂਦਾ ਤਾਂ ਉਹਦੇ ਨਾਲ ਸਰੀਰ ਤੇ ਜਦੋਂ ਸੱਟ ਨਹੀਂ ਵੱਜੀ ਤਾਂ ਉਸ ਸੱਟ ਦੀ ਬਲੀਡਿੰਗ ਨਹੀਂ ਹੋਏਗੀ, ਉਸ ਸੱਟ ਦੀ ਰਿਕਵਰੀ ਹੀਲਿੰਗ ਦੀ ਲੋੜ ਨਹੀਂ, ਉਹ ਰਿਕਵਰੀ ਫਾਸਟ ਹੋਏਗੀ। ਸੋ ਇਹ ਫੰਕਸ਼ਨਲ ਅਲਾਈਨਮੈਂਟ ਹੈ ਵੀ ਪੇਸ਼ੈਂਟ ਦੀ ਨੇਟਿਵ ਲਿਗਾਮੈਂਟਸ ਦੀ ਜੋ ਸਟਰਕਚਰਸ ਹੈਗੀਆਂ ਉਹਦੇ ਵਿੱਚ ਹੀ ਜਿਹੜੇ ਨੀ ਰਿਪਲੇਸਮੈਂਟ ਦੇ ਕੈਪਸ ਹੈ ਉਹਨਾਂ ਦੀ ਐਡਜਸਟਮੈਂਟ ਕਰ ਦਿੱਤੀ ਗਈ ਹੈ ਤੇ ਉਹਦੇ ਨਾਲ ਬਹੁਤ ਹੀ ਫਾਸਟ ਰਿਕਵਰੀ ਹੁੰਦੀ ਹੈ। ਸੋ ਦੇਖੋ ਨਾਰਮਲ ਗੋਡੇ ਦੀ ਬਣਾਵਟ ਕੁਝ ਇਦਾਂ ਦੀ ਹੁੰਦੀ ਹੈ, ਆ ਆਪਣੀ ਪੱਟ ਦੀ ਹੱਡੀ ਹੈ, ਆ ਆਪਣੀ ਲੱਤ ਦੀ ਹੱਡੀ ਹੈ। ਹੱਡੀ ਦੇ ਐਂਡ ਤੇ ਕੁਝ ਸਲਿਪਰੀ ਸਰਫੇਸ ਕੁਦਰਤ ਨੇ ਬਣਾਇਆ, ਇਦਾਂ ਹੀ ਲੱਤ ਦੀ ਹੱਡੀ ਦੇ ਐਂਡ ਤੇ ਕੁਝ ਸਲਿਪਰੀ ਸਰਫੇਸ ਕੁਦਰਤ ਨੇ ਬਣਾਇਆ। ਇਹ ਸਲਿਪਰੀ ਸਰਫੇਸ ਦਾ ਪਰਪਸ ਹੈ ਵੀ ਇਹ ਦੋਨੋਂ ਹੱਡੀਆਂ ਆਪਸ ਵਿੱਚ ਰਗੜ ਨਾ ਖਾਣ। ਇਹ ਸਲਿਪਰੀ ਸਰਫੇਸ ਨੂੰ ਹੀ ਅਸੀਂ ਪੰਜਾਬੀ 'ਚ ਸਮਝਾਉਣ ਵਾਸਤੇ ਗਰੀਸ ਕਹਿ ਦਿੰਦੇ ਹਾਂ, ਠੀਕ ਹੈ। ਉਹ ਗਰੀਸ ਐਕਚੁਅਲੀ ਗੋਡੇ ਵਿੱਚ ਗਰੀਸ ਥੋੜੀ ਨਾ ਹੈ, ਉਹ ਗਰੀਸ ਦਾ ਮਤਲਬ ਹੈ ਵੀ ਇਸ ਤਰ੍ਹਾਂ ਦੇ ਟਿਸ਼ੂ, ਇਸ ਤਰ੍ਹਾਂ ਦੇ ਸੈੱਲ ਕੁਦਰਤ ਨੇ ਪਾਏ ਆ ਗੋਡੇ ਵਿੱਚ ਜਿਹਦੇ ਨਾਲ ਇਹ ਦੋਨੋਂ ਹੱਡੀਆਂ ਰਗੜ ਨਹੀਂ ਖਾਂਦੀਆਂ। ਸੋ ਇਹ ਗਰੀਸ ਜਿਹੜੀ ਹੈ ਜਦੋਂ ਘਟਦੀ ਜਾਂਦੀ ਹੈ, ਜਿਵੇਂ ਉਮਰ ਨਾਲ ਬਾਲ ਚਿੱਟੇ ਹੁੰਦੇ ਆ ਉਵੇਂ ਹੀ ਇਹ ਗਰੀਸ ਘਟਦੀ ਜਾਂਦੀ ਹੈ, ਤਾਂ ਉਹ ਘਟਦੀ ਹੈ ਤਾਂ ਉਹਦੇ ਨਾਲ ਤਕਲੀਫ ਹੁੰਦੀ ਹੈ। ਪੇਨ ਇਜ਼ ਐਕਚੁਅਲੀ ਯੋਰ ਫਰੈਂਡ। ਪੇਨ ਕੀ ਹੈ? ਗੋਡੇ ਤੋਂ ਤੁਹਾਡੇ ਬ੍ਰੇਨ ਤੱਕ ਗਿਆ ਹੋਇਆ ਸਿਗਨਲ ਹੈ ਵੀ ਐਕਚੁਅਲੀ ਗੋਡੇ 'ਚ ਕੋਈ ਤਕਲੀਫ ਹੈ, ਇਹਦਾ ਕੁਝ ਕੀਤਾ ਜਾਵੇ। ਸੋ ਜਿੰਨੀ ਗਰੀਸ ਘਟਦੀ ਹੈ ਉਨਾ ਹੀ ਪੇਨ ਸਿਗਨਲ ਬ੍ਰੇਨ ਨੂੰ ਜਾਂਦਾ, ਠੀਕ ਹੈ। ਸੋ ਇਹਦੀਆਂ 4 ਸਟੇਜਸ ਹੁੰਦੀਆਂ, ਜਿਹੜੀ ਸ਼ੁਰੂਆਤੀ ਪਹਿਲੀ ਦੂਜੀ ਸਟੇਜ ਹੈ ਉਹਦੇ ਵਿੱਚ ਅਸੀਂ ਕੁਝ ਮੈਡੀਸਿਨਸ ਦਿੰਦੇ ਹਾਂ, ਕੁਝ ਗਰੀਸ ਬਣਾਉਣ ਵਾਲੀਆਂ ਦਵਾਈਆਂ ਦਿੰਦੇ ਹਾਂ, ਕੁਝ ਐਕਸਰਸਾਈਜ਼ ਕਰਵਾਉਂਦੇ ਹਾਂ, ਉਹਦੇ ਨਾਲ ਪੇਸ਼ੈਂਟ ਨੂੰ ਫਰਕ ਪੈ ਜਾਂਦਾ। ਫਿਰ 3rd ਸਟੇਜ ਹੁੰਦੀ ਹੈ ਜਿਹਦੇ ਵਿੱਚ ਹੋਰ ਥੋੜੀ ਜਿਹੀ ਗਰੀਸ ਘਟ ਗਈ ਤਾਂ ਉਹਦੇ ਵਿੱਚ ਕਈ ਵਾਰ ਅਸੀਂ ਗੋਡੇ ਵਿੱਚ ਇੰਜੈਕਸ਼ਨ ਵੀ ਲਗਾਉਂਦੇ ਹਾਂ, ਜਿਵੇਂ ਕਿ ਗਰੀਸ ਵਾਲਾ ਇੰਜੈਕਸ਼ਨ ਜਾਂ ਫਿਰ ਸਟੀਰੋਇਡ ਦਾ ਇੰਜੈਕਸ਼ਨ ਲਗਾਇਆ ਜਾ ਸਕਦਾ ਹੈ। ਫਿਰ 4ਥੀ ਸਟੇਜ ਹੁੰਦੀ ਹੈ ਜਿਹਦੇ ਵਿੱਚ ਐਕਚੁਅਲੀ ਇਹ ਗਰੀਸ ਬਿਲਕੁਲ ਖਤਮ ਹੋ ਜਾਂਦੀ ਹੈ ਤੇ ਇਹ ਹੱਡੀ ਇੱਧਰੋਂ ਬਾਹਰ ਨਜ਼ਰ ਆਉਣ ਲੱਗ ਜਾਂਦੀ ਹੈ, ਇਹ ਹੱਡੀ ਇੱਧਰੋਂ ਨਜ਼ਰ ਆਉਣ ਲੱਗ ਜਾਂਦੀ ਹੈ। ਉਹ ਦੋਨੋਂ ਹੱਡੀਆਂ ਆਪਸ 'ਚ ਰਗੜ ਖਾਂਦੀਆਂ ਜਦੋਂ ਆਪਾਂ ਵਜ਼ਨ ਪਾਉਂਦੇ ਹਾਂ ਜਾਂ ਫਿਰ ਜਦੋਂ ਚੱਲਦੇ ਹਾਂ, ਗੋਡਾ ਚਲਾਉਂਦੇ ਹਾਂ, ਉਹਦੇ ਨਾਲ ਤਕਲੀਫ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਹ ਐਕਸਰੇ ਵਿੱਚ ਕੁਝ ਇੱਦਾਂ ਨਜ਼ਰ ਆਉਂਦੀ ਹੈ ਵੀ ਦੋਨੋਂ ਹੱਡੀਆਂ ਆਪਸ ਵਿੱਚ ਰਗੜ ਖਾਣ ਲੱਗ ਜਾਂਦੀਆਂ। ਉਦੋਂ ਫਿਰ ਕਿਸੇ ਵੀ ਦਵਾਈ ਨਾਲ ਜਾਂ ਕਿਸੇ ਵੀ ਇੰਜੈਕਸ਼ਨ ਨਾਲ ਇਹਦਾ ਪਰਮਾਨੈਂਟ ਸੋਲੂਸ਼ਨ ਨਹੀਂ ਕੀਤਾ ਜਾ ਸਕਦਾ। ਉਦੋਂ ਪਰਮਾਨੈਂਟ ਸੋਲੂਸ਼ਨ ਸਿਰਫ ਇਹ ਬਚ ਜਾਂਦਾ ਹੈ ਵੀ ਆਪਾਂ ਆਪਰੇਸ਼ਨ ਕਰਕੇ ਪੱਟ ਦੀ ਹੱਡੀ ਤੇ ਇਹ ਕੈਪ ਚੜਾਈਏ ਤੇ ਉਹਦੇ ਨਾਲ ਆਪਣੇ ਆਪ ਹੀ ਦਰਦ ਖਤਮ ਹੋ ਜਾਂਦਾ। ਇਹ ਕੈਪਸ ਨੂੰ ਬਰੀਕੀ ਨਾਲ ਚੜਾਉਣ ਵਾਸਤੇ ਜਾਂ ਫਿਰ ਫੰਕਸ਼ਨਲ ਅਲਾਈਨਮੈਂਟ ਨਾਲ, ਕਾਇਨੇਮੈਟਿਕ ਅਲਾਈਨਮੈਂਟ ਨਾਲ ਚੜਾਉਣ ਵਾਸਤੇ ਅਸੀਂ ਰੋਬੋਟਿਕ ਟੈਕਨੀਕ ਦੀ ਵਰਤੋਂ ਕਰਦੇ ਹਾਂ। ਰੋਬੋਟਿਕ ਟੈਕਨੀਕ ਕੁਝ ਇੱਦਾਂ ਹੈ, ਇਹ ਕੋਰੀ ਰੋਬੋਟ ਹੈ, ਕੋਰ ਆਫ ਰੀਅਲ ਇੰਟੈਲੀਜੈਂਸ। ਇਸ ਰੋਬੋਟਿਕ ਟੈਕਨੀਕ ਵਿੱਚ ਅਸੀਂ ਬਿਨਾਂ CT ਸਕੈਨ ਤੋਂ ਪਹਿਲਾਂ ਪੇਸ਼ੈਂਟ ਦੇ 3 ਡਾਇਮੈਂਸ਼ਨਲ ਗੋਡੇ ਦੀ 3 ਡਾਇਮੈਂਸ਼ਨਲ ਇੱਕ ਵਰਚੁਅਲ ਪਿਕਚਰ ਰੋਬੋਟ ਦੀ ਸਕਰੀਨ ਤੇ ਬਣਾ ਦਿੰਦੇ ਆ। ਉਸ ਸਕਰੀਨ ਤੇ ਜਦੋਂ 3 ਡਾਇਮੈਂਸ਼ਨਲ ਇੱਕ ਪਿਕਚਰ ਬਣਾ ਦਿੱਤੀ ਤਾਂ ਇਹ ਕੈਪ ਜਿਹੜੇ ਦੋਨੋਂ ਅਸੀਂ ਪੱਟ ਦੀ ਹੱਡੀ ਤੇ ਲੱਤ ਦੀ ਹੱਡੀ ਤੇ ਕੈਪ ਚੜਾਉਣਾ ਤਾਂ ਉਹਦੀ ਫਿਟਿੰਗ ਆਲਰੇਡੀ ਸਕਰੀਨ ਤੇ ਹੀ ਕਰ ਦਿੱਤੀ ਜਾਂਦੀ ਹੈ। ਪੇਸ਼ੈਂਟ ਦੇ ਆਪਰੇਸ਼ਨ ਕਰਨ ਤੋਂ, ਪੇਸ਼ੈਂਟ ਦੀ ਬੋਨ ਟ੍ਰਿਮ ਕਰਨ ਤੋਂ ਪਹਿਲਾਂ ਹੀ ਇਹਦੇ 'ਚ ਫਿਟਿੰਗ ਕਰ ਦਿੱਤੀ ਜਾਂਦੀ ਹੈ ਤੇ ਇਹਦੇ ਐਂਗਲਸ ਦੀ ਵੇਰੀਏਸ਼ਨ ਕੁਝ ਫੰਕਸ਼ਨਲ ਅਲਾਈਨਮੈਂਟ ਦੇ ਬੇਸ ਤੇ ਕਰ ਦਿੱਤੀ ਜਾਂਦੀ ਹੈ, ਜਿਹੜੀ ਕਿ ਮੈਨੂਅਲ ਇੰਸਟਰੂਮੈਂਟਸ ਵਿੱਚ ਜਿਹੜੇ ਬਿਨਾਂ ਰੋਬੋਟ ਤੋਂ ਆਪਾਂ ਗੋਡਾ ਬਦਲਣ ਦਾ ਆਪਰੇਸ਼ਨ ਕਰਦੇ ਹਾਂ ਉਹਦੇ ਵਿੱਚ ਸੰਭਵ ਹੀ ਨਹੀਂ ਹੈ। ਸੋ ਇਹਦੇ ਵਿੱਚ ਕੁਝ ਐਂਗਲਸ ਦੀ ਵੇਰੀਏਸ਼ਨ ਕੀਤੀ, ਆਪਾਂ ਫਿਟ ਕਰਤਾ ਵੀ ਇਸ ਨਾਲ ਅਲਾਈਨਮੈਂਟ ਤੇ ਬੈਲੈਂਸ ਇਹਦਾ ਬੈਸਟ ਹੋਏਗਾ। ਸੋ ਉਦੋਂ ਇਸ ਰੋਬੋਟਿਕ ਹੈਂਡ ਪੀਸ ਨੇ ਉਨਾ ਹੀ ਬੋਨ ਨੂੰ ਟ੍ਰਿਮ ਕਰਨਾ ਇਸ ਬਰ ਨਾਲ ਜਿੰਨਾ ਇਹਦੇ ਵਿੱਚ ਆਪਾਂ ਪਲਾਨ ਕੀਤਾ। ਸੋ ਇਹ ਰੋਬੋਟਿਕ ਹੈਂਡ ਪੀਸ ਨੇ ਉਨਾ ਹੀ ਬੋਨ ਨੂੰ ਟ੍ਰਿਮ ਕਰਨਾ ਜਿੰਨਾ ਆਪਾਂ ਇਹਦੇ 'ਚ ਫੀਡ ਕੀਤਾ। ਇਹਦੇ ਨਾਲ ਬੈਸਟ ਅਲਾਈਨਮੈਂਟ ਤੇ ਬੈਲੈਂਸ ਅਸੀਂ ਪੇਸ਼ੈਂਟ ਨੂੰ ਦੇ ਸਕਦੇ ਹਾਂ ਜਿਹਦੇ ਨਾਲ ਬੈਸਟ ਰਿਜ਼ਲਟਸ ਪੋਸੀਬਲ ਨੇ।
ਤਾਂ ਇਹ ਸਨ ਅਨਹਦ ਹਸਪੀਟਲ ਤੋਂ ਡਾਕਟਰ AS ਪਾਸੀ ਸੀ, ਜਿਨ੍ਹਾਂ ਨੇ ਬੜੀ ਡੂੰਘਾਈ ਦੇ ਨਾਲ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਰੋਬੋਟ ਦੀ ਵਰਤੋਂ ਕੀਤੀ ਜਾਂਦੀ ਹੈ ਆਪਰੇਸ਼ਨ ਦੇ ਨਾਲ। ਮੈਨੂੰ ਲੱਗਦਾ ਇਸ ਤੋਂ ਪਹਿਲਾਂ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਏਗਾ ਕਿ ਗੋਡਿਆਂ ਨੂੰ ਬਦਲਾਉਣ ਦੇ ਲਈ ਜਾਂ ਗੋਡਿਆਂ ਦਾ ਆਪਰੇਸ਼ਨ ਕਰਨ ਦੇ ਲਈ ਰੋਬੋਟ ਦੀ ਵਰਤੋਂ ਕੀਤੀ ਜਾਂਦੀ ਹੈ। ਤੇ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਜਾਂ ਤੁਸੀਂ ਖੁਦ ਇਸ ਦੇ ਨਾਲ ਜੂਝ ਰਹੇ ਹੋ ਤਾਂ ਇੱਕ ਵਾਰ ਜ਼ਰੂਰ ਅਨਹਦ ਹਸਪੀਟਲ ਜਾਂ ਵਿਜ਼ਿਟ ਕਰੋ, ਆਪਣਾ ਸਾਰਾ ਦਿਖਾਓ ਤੇ ਤੁਸੀਂ ਵੀ ਇਸ ਗੋਡਿਆਂ ਦੇ ਦਰਦ ਨੂੰ ਛੂ ਮੰਤਰ ਕਰ ਸਕਦੇ ਹੋ। ਮੈਨੂੰ ਦਿਓ ਆਗਿਆ ਤੇ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ।